शुभ महत प्रकाशक गुरु हर राय नाम कार जोरी नमो कार जोरी गुरु हर कृष्ण मनावूं बहोरी तेग बहादुर परमं किरपाला वाहे गुरु परमं किरपाला श्री गुरु गोबिंद सिंह बिसाला तरु तरा पग पुन पुन सीसा पग पुन पुन सीसा बंदों जी बार बार जगदीशा जामह अमृत ज्ञान है मानक भगत बैराग धन श्री गुरु ग्रंथ उदद बंदों कर अनुराग एक ओंकार सतगुरु जिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए बड़ आकार गिर बप है जैसे नाशा करन कंदरा तैसे दोनों राक्षसु अगर्ज करके आयो निकट पाऊ और धर के वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा
ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਮਾਂ ਪਵਿੱਤਰ ਕਰ ਦੇ ਇੱਕ ਵਾਰ। ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲੰਕਾ ਜਾਣਾ। ਸਤਿਗੁਰੂ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜਦੋਂ ਲੰਕਾ ਪਹੁੰਚਦੇ ਨੇ, ਉੱਥੋਂ ਹੀ ਇਹ ਅੱਜ ਦੀ ਕਥਾ ਆਰੰਭ ਹੁੰਦੀ ਹੈ। ਹਾਂਜੀ। ਅਸੁਰ ਸੁਨਤ ਗਮਨੇ ਨਗਰ, ਨਿਜ ਪਤ ਕੋ ਸੁਧ ਦੀਨਾ। ਸਤਿਗੁਰੂ ਜੀ ਦੀ ਆਮਦ ਹੋਈ ਹੈ। ਜਿਹੜੇ ਦੈਂਤ ਸਨ ਉਹਨਾਂ ਨੇ ਲੰਕਾ ਦੇ ਰਾਜੇ ਨੂੰ ਜਾ ਕੇ ਸੁਧ ਦਿੱਤੀ ਹੈ, ਖਬਰ ਦਿੱਤੀ ਹੈ ਕਿ ਰਾਜਾ ਆਪਣੇ ਦੇਸ਼ ਕੋਈ ਅਜਨਬੀ ਆਏ ਨੇ, ਕੋਈ ਪਰਦੇਸੀ ਆਏ ਨੇ। ਹਾਂਜੀ। ਨੀਕੇ ਉਪਬਨ ਕੇ ਬਿਖੈ, ਬੈਠੇ ਮਾਨੁਖ ਤੀਨਾ। ਉਹ ਜਿਹੜੇ ਵਿਅਕਤੀ ਆਏ ਨੇ ਬੜੇ ਚੰਗੇ ਭਲੇ ਲੋਕ ਲੱਗਦੇ ਨੇ। ਬਾਗ ਦੇ ਵਿੱਚ ਬੈਠੇ ਹਨ। ਉਪਬਨ ਕਹਿੰਦੇ ਨੇ ਬਾਗ ਨੂੰ। ਔਰ ਉਹਨਾਂ ਦੀ ਗਿਣਤੀ 3 ਹੈ। 3 ਆਦਮੀ ਨੇ, ਭਲੇ ਲੋਕ ਨੇ, ਬਾਗ ਵਿੱਚ ਬੈਠੇ ਨੇ। ਹਾਂਜੀ। ਹਮ ਹੈ ਰਾਮ ਦੂਤ ਇਉ ਕਹਿਹੀ, ਸੰਗ ਆਪ ਕੇ ਮਿਲਨੋ ਚੈਹੀ। ਅਸੀਂ ਪਤਾ ਕੀਤਾ ਸੀ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਨੂੰ ਕੰਮ ਕੀ ਹੈ। ਤਾਂ ਸਾਨੂੰ ਇੰਜ ਲੱਗਿਆ ਕਿ ਇਹ ਤੁਹਾਨੂੰ ਮਿਲਣ ਆਏ ਨੇ, ਤੇ ਜਿਹੜੇ ਤੁਹਾਡੇ ਇਸ਼ਟ ਨੇ ਸ਼੍ਰੀ ਰਾਮਚੰਦਰ, ਸ਼ਾਇਦ ਹੋ ਸਕਦਾ ਉਹਨਾਂ ਦੇ ਕੋਈ ਦੂਤ ਹੋਣ, ਉਹਨਾਂ ਨੇ ਇਹਨਾਂ ਨੂੰ ਇੱਥੇ ਭੇਜਿਆ ਹੋਵੇ। ਸਾਨੂੰ ਇੰਜ ਲੱਗਦਾ ਹੈ। ਹਾਂਜੀ। ਉਠਿਓ ਭੀਖਣ ਕਰ ਪਗ ਨੰਗੇ, ਰਾਖਸ਼ ਚਲੇ ਬਹੁਤ ਤੇ ਸੰਗੇ। ਭਾਈ ਵੀਰ ਸਿੰਘ ਨੇ ਇਸ ਕਥਾ ਦਾ ਇੱਕ ਸਾਰ ਅੰਸ਼ ਸਾਨੂੰ ਦਿੱਤਾ ਹੈ। ਉਹ ਇਹ ਹੈ ਕਿ ਇਸ ਕਥਾ ਦਾ ਅਰਥ ਹੀ ਸਿਰਫ ਇੰਨਾ ਹੈ ਕਿ ਸਾਨੂੰ ਇੱਕ ਗੱਲ ਦ੍ਰਿੜ ਹੋ ਸਕੇ ਕਿ ਭਗਤ ਦਾ ਆਪਣੇ ਇਸ਼ਟ ਦੇ ਨਾਲ ਸਨੇਹ ਕੈਸਾ ਹੋਣਾ ਚਾਹੀਦਾ ਹੈ। ਹੁਣ ਪੜ੍ਹਦੇ ਤਾਂ ਆਪਾਂ ਜ਼ਰੂਰ ਹਾਂ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ। ਕਨਕ ਕਟਕ ਜਲ ਤੁਰੰਗ ਜੈਸਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਭਗਤ ਰੱਬ ਵਰਗਾ ਹੀ ਹੋਣਾ ਚਾਹੀਦਾ ਹੈ। ਰੱਬ ਦੇ ਭਗਤ ਵਿੱਚ ਔਰ ਰੱਬ ਵਿੱਚ, ਮੁਰਸ਼ਦ ਔਰ ਮਰੀਦ ਵਿੱਚ, ਗੁਰੂ ਔਰ ਸ਼ਿਸ਼ ਵਿੱਚ ਕੋਈ ਅੰਤਰ ਨਹੀਂ ਹੋਣਾ ਚਾਹੀਦਾ, ਕੋਈ ਫਰਕ ਨਹੀਂ ਹੋਣਾ ਚਾਹੀਦਾ। ਇਹ ਗੱਲ ਸਾਨੂੰ ਦ੍ਰਿੜ ਕਰਾਉਣ ਵਾਸਤੇ ਇਹ ਸਾਖੀ ਇੱਥੇ ਦਰਜ ਕੀਤੀ ਹੈ। ਹਾਂਜੀ।
ਉਠਿਓ ਭੀਖਨ ਕਰ ਪਗ ਨੰਗੇ ਰਾਖਸ਼ ਚੱਲੇ ਬਹੁਤ ਤਹਿ ਸੰਗੇ। ਜਿਵੇਂ ਹੀ ਭੀਖਣ ਨੇ ਸ਼੍ਰੀ ਰਾਮਚੰਦਰ ਜੀ ਦਾ ਨਾਮ ਸੁਣਿਆ, ਉਹ ਤੇ ਉੱਠਿਆ ਤੇ ਨੰਗੇ ਪੈਰੀ ਤੁਰ ਪਿਆ। ਹੁਣ ਇੱਕ ਸ਼ਬਦ ਅਸੀਂ ਕਹਿੰਦੇ ਆ ਪਿਆਰ, ਪਰਿਭਾਸ਼ਾ ਸਾਨੂੰ ਉਹਦੀ ਆਉਂਦੀ ਨਹੀਂ, ਉਹਦੀ ਡੈਫੀਨੇਸ਼ਨ ਕੀ ਹੈ ਸਾਨੂੰ ਕੁਝ ਨਹੀਂ ਪਤਾ। ਗੁਰਬਾਣੀ ਦੇ ਵਿੱਚ ਇਹਨੂੰ ਇਸ਼ਕ ਹਕੀਕੀ ਆਖਿਆ। ਜਦੋਂ ਤੁਸੀਂ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹੋ, ਉੱਥੇ ਫਿਰ ਅੰਤਲੇ ਸ਼ਬਦਾਂ ਦੇ ਵਿੱਚ ਅਕਸ਼ਰ ਵਰਤਿਆ ਜਾਂਦਾ ਹੈ ਕਿ ਆਸ਼ਿਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਉਹ ਵਿਅਕਤੀ ਆਸ਼ਿਕ ਨਹੀਂ ਹੋ ਸਕਦਾ ਜਿਹੜਾ ਲੇਖੇ ਵਿੱਚ ਰਵੇ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਆਪਾਂ ਇਹ ਕਹੀਏ ਵੀ ਖਰਚਾ ਆਪੋ ਆਪਣਾ ਤੇ ਦੋਸਤੀ ਪੱਕੀ। ਵੇਖੋ, ਜਿੰਨੀ ਕੁ ਗੱਲ ਮੈਨੂੰ ਸਮਝ ਆਈ ਹੈ, ਮੈਂ ਤਾਂ ਬਹੁਤ ਵਾਰੀ ਸਾਂਝੀ ਕੀਤੀ ਹੈ ਕਿ ਜੇ ਤਾਂ ਤੁਸੀਂ ਕਰਨਾ ਹੈ ਵਿਹਾਰ ਤੇ ਕਾਪੀ ਪੈਨ ਨਾ ਭੁੱਲਿਓ, ਨਹੀਂ ਤੇ ਅੱਜ ਵੀ ਖਤਮ ਹੈ, ਕੱਲ ਵੀ ਖਤਮ ਹੈ। ਵਿਹਾਰ ਦੇ ਵਿੱਚ ਜਿੰਨਾ ਚਿਰ ਕਲਮਾਂ ਮਿਲਦੀਆਂ ਰਹਿਣਗੀਆਂ, ਜਿੰਨਾ ਚਿਰ ਜੋੜ ਜਮਾ ਬਰਾਬਰ ਹੁੰਦਾ ਰਹੇਗਾ, ਜਿੰਨਾ ਚਿਰ ਦੋਨਾਂ ਪਾਸਿਆਂ ਦੀ ਤਸੱਲੀ ਖਾਤਰ ਜਮਾ ਹੁੰਦੀ ਰਹੂਗੀ ਵੀ ਹਿਸਾਬ ਓਕੇ ਹੈ, ਉਹਨਾਂ ਚਿਰ ਤੁਹਾਡੇ ਵਪਾਰ ਨੂੰ ਕੋਈ ਰੋਕ ਨਹੀਂ ਸਕਦਾ। ਪਰ ਜਿੱਥੇ ਜਾ ਕੇ ਇੱਕ ਅੱਧੀ ਫਿਗਰ ਅੜ ਗਈ ਕਿ ਆਹ ਅਮਾਊਂਟ ਤੁਹਾਡਾ ਰਲਦਾ ਹੈ, ਆਹ ਤੁਹਾਡਾ ਨਹੀਂ ਰਲਦਾ, ਉੱਥੋਂ ਡਾਊਟ ਸ਼ੁਰੂ ਹੋ ਜਾਣਗੇ ਵੀ ਇਹ ਤਾਂ ਗੜਬੜ ਹੈ। ਅਗਰ ਵਿਹਾਰ ਕਰਨਾ ਹੈ ਤੇ ਕਾਪੀ ਪੈਨ ਨਾ ਭੁੱਲਿਓ। ਕੋਈ ਵੀ ਵਿਅਕਤੀ ਤੁਹਾਡੇ ਨਾਲ ਵਿਹਾਰ ਕਰੇ ਤਾਂ ਉਸੇ ਵੇਲੇ ਉਹਨਾਂ ਨੂੰ ਕਹੋ, ਭਰਾ ਜੀ ਲਿਖਤ ਪੜਤ ਕਰੋ, ਆਪਾਂ ਜੋ ਲਿਆ ਦਿੱਤਾ ਹੈ ਇਹ ਆਪਾਂ ਨੂੰ ਲਿਖ ਲੈਣਾ ਚਾਹੀਦਾ। ਕਿਉਂਕਿ ਜਿੱਦਣ ਲਿਖਤ ਪੜਤ ਵਿੱਚ ਫਰਕ ਆਇਆ, ਕੋਈ ਦੁਨੀਆ ਦੀ ਤਾਕਤ ਨਹੀਂ ਮੁੜ ਕੇ ਤੁਹਾਡਾ ਵਿਹਾਰ ਤੋੜ ਦੇਵੇ। ਇੱਕ ਵਿਸ਼ਵਾਸ ਹੈ, ਪਰ ਜਦੋਂ ਇਹ ਮਨ ਵਿੱਚ ਭਰਮ ਆ ਗਿਆ ਵੀ ਇਹ ਬੰਦਾ ਤੇ ਭਾਈ ਥੋੜੀ ਜਿਹੀ ਗੜਬੜ ਕਰ ਰਿਹਾ ਹੈ, ਉੱਥੇ ਰੁਕ ਜਾਏਗਾ। ਪਿਆਰ ਇਸ ਤੋਂ ਉਲਟ ਹੈ। ਜੇ ਲੇਖਾ ਜੋਖਾ ਕਰੋਗੇ ਤੇ ਪਿਆਰ ਨਹੀਂ ਹੋਏਗਾ, ਇਹ ਚੇਤਾ ਰੱਖਣਾ। ਪਿਆਰ ਵਿੱਚ ਕੋਈ ਲੇਖਾ ਜੋਖਾ ਨਹੀਂ ਹੁੰਦਾ। ਆਸ਼ਿਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਜਿਹੜਾ ਗਿਣਤੀਆਂ ਮਿਣਤੀਆਂ ਕਰ ਕਰਕੇ ਤੁਹਾਡੇ ਨਾਲ ਵਰਤੇ, ਉਹ ਤੁਹਾਨੂੰ ਪਿਆਰ ਕਰਨ ਵਾਲਾ ਨਹੀਂ ਹੋ ਸਕਦਾ। ਕਿਉਂਕਿ ਪਿਆਰ ਵਿੱਚ ਲੇਖੇ ਜੋਖੇ ਹੁੰਦੇ ਹੀ ਨਹੀਂ, ਗਿਣਤੀ ਮਿਣਤੀ ਹੁੰਦੀ ਨਹੀਂ। ਇਹ ਨਾ ਬਾਹਰਲੇ ਮੁਲਕਾਂ 'ਚ ਨਹੀਂ ਹੈ। ਦਿੱਲੀ ਵਿੱਚ ਇੱਕ ਸ਼ਬਦ ਹੈ, ਇਹ ਜੀ ਗੁਰੂ ਘਰ ਦੇ ਬੜੇ ਨੇਮੀ ਪ੍ਰੇਮੀ ਨੇ, ਤੇ ਮੇਰੀ ਸ਼ੁਰੂ ਤੋਂ ਇੱਕੋ ਹੀ ਬੇਨਤੀ ਹੈ ਵੀ ਭਾਈ ਪਹਿਲਾਂ ਇਹ ਦੱਸੋ ਵੀ ਬੰਦਾ ਨੇਮੀ ਹੈ ਕਿ ਪ੍ਰੇਮੀ ਹੈ। ਨੇਮੀ ਪ੍ਰੇਮੀ ਨਹੀਂ ਹੋ ਸਕਦਾ, ਤੇ ਜਦੋਂ ਪ੍ਰੇਮੀ ਬਣ ਗਿਆ ਉਦੋਂ ਨੇਮ ਰਹਿਣੇ ਕੋਈ ਨਹੀਂ। ਪ੍ਰੇਮ ਕੀ ਹੈ? ਪ੍ਰੇਮ ਹੈ ਕਿ ਭੀਲਣੀ ਸ਼੍ਰੀ ਰਾਮਚੰਦਰ ਜੀ ਵਾਸਤੇ ਬੇਰ ਇਕੱਠੇ ਕਰਦੀ ਹੈ, ਇਹ ਪ੍ਰੇਮ ਹੈ। ਫਿਰ ਮਨ ਵਿੱਚ ਡਰ ਜਾਂਦੀ ਹੈ ਕਿ ਜੇ ਬੇਰ ਖੱਟੇ ਹੋਏ ਤੇ ਫਿਰ ਮੈਂ ਕੀ ਕਰਾਂਗੀ। ਹੁਣ ਕੀ ਕਰਦੀ ਹੈ? ਬੇਰ ਚੁੱਕਦੀ ਹੈ, ਬੇਰ ਨੂੰ ਦੰਦੀ ਵੱਢਦੀ ਹੈ। ਜਿਹੜਾ ਬੇਰ ਤੇ ਮਿੱਠਾ ਹੁੰਦਾ ਉਹ ਟੋਕਰੀ 'ਚ ਰੱਖ ਲੈਂਦੀ, ਜਿਹੜਾ ਖੱਟਾ ਹੁੰਦਾ ਸੁੱਟ ਦਿੰਦੀ ਹੈ।
ਹੁਣ ਉਹਨੂੰ ਕਮਲੀ ਨੂੰ ਕੌਣ ਸਮਝਾਵੇ ਵੀ ਸਾਰੇ ਹੀ ਝੂਠੇ ਕਰਤੇ ਤੂੰ ਤਾਂ? ਉਹਨੂੰ ਕਮਲੀ ਨੂੰ ਕੌਣ ਸਮਝਾਵੇ ਕਿ ਬੇਰ ਤਾਂ ਸਾਰੇ ਹੀ ਝੂਠੇ ਹੋ ਗਏ। ਦੂਸਰੀ ਉਦਾਹਰਨ ਬਿਦਰ ਦੀ ਆਉਂਦੀ ਹੈ ਕਿ ਜਦੋਂ ਬਿਦਰ ਦੇ ਘਰ ਸ਼੍ਰੀ ਕ੍ਰਿਸ਼ਨ ਜੀ ਰਹੇ ਨੇ ਤੇ ਉਸ ਕਥਾ ਦੇ ਵਿੱਚ ਆਉਂਦਾ ਵੀ ਉਸ ਝੱਲੀ ਨੇ ਕੀ ਕੀਤਾ ਕਿ ਜਿਹੜਾ ਗੁੱਦਾ ਸੀ ਕੇਲਿਆਂ ਦਾ ਉਹ ਤੇ ਆਪ ਖਾ ਗਈ ਤੇ ਛਿਲਕੇ ਕ੍ਰਿਸ਼ਨ ਜੀ ਨੂੰ ਖਵਾ ਦਿੱਤੇ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਬਾਰਾਮੂਲੇ ਗਏ, ਉੱਥੇ ਮਾਤਾ ਮਿਲੀ। ਮਾਤਾ ਨੂੰ ਕਿਸੇ ਨੇ ਸਮਝਾਇਆ ਸੀ ਕਿ ਮਾਤਾ ਗੁਰੂ ਹਰਗੋਬਿੰਦ ਸਾਹਿਬ ਆਉਣਗੇ, ਘੋੜੇ ਤੇ ਚੜੇ ਹੋਣਗੇ, ਉਹਨਾਂ ਦੇ ਰਸਤੇ 'ਚ ਖੜੀ ਹੋ ਜਾਈ ਤੇ ਮੁਕਤੀ ਮੰਗ ਲਈ। ਤੇ ਕਹਿਣਾ ਕੀ ਹੈ? ਕਹਿਣਾ ਇਹ ਹੈ ਕਿ ਮੈਂ ਪਤਤ ਤੂੰ ਪਤਤ ਪਾਵਨ, ਮੈਂ ਪਤਤ ਮੈਂ ਧਰਮ ਤੋਂ ਡਿੱਗੀ ਹੋਈ ਆ, ਤੂੰ ਪਤਤ ਪਾਵਨ, ਤੂੰ ਧਰਮ ਤੋਂ ਡਿੱਗਿਆ ਨੂੰ ਚੁੱਕਣ ਵਾਲਾ ਹੈ। ਕਹਿਣ ਲੱਗੀ ਬਿਲਕੁਲ ਠੀਕ ਹੈ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਅੱਗੇ ਤੇ ਖਲੋ ਗਈ ਤੇ ਜੋ ਬੋਲਣਾ ਸੀ ਉਹ ਭੁੱਲ ਗਈ। ਬੋਲਦੀ ਕੀ ਹੈ? ਬੋਲਦੀ ਹੈ ਕਿ ਤੂੰ ਪਤਤ ਮੈਂ ਪਤਤ ਪਾਵਨ, ਤੂੰ ਪਤਤ ਮੈਂ ਪਤਤ ਪਾਵਨ। ਮਸਕੀਨ ਸਾਹਿਬ ਇਹ ਸਾਖੀ ਬੜੀ ਪਿਆਰ ਨਾਲ ਸੁਣਾਉਂਦੇ ਸੀ ਔਰ ਉਹਨਾਂ ਦੇ ਸਾਖੀ ਸੁਣਾਉਣ ਦਾ ਢੰਗ ਮੈਨੂੰ ਬੜਾ ਚੰਗਾ ਲੱਗਾ। ਇਸ ਕਰਕੇ ਜਦੋਂ ਮੈਂ ਇਹ ਕਥਾ ਸੁਣਾਵਾਂ ਤਕਰੀਬਨ ਕੋਸ਼ਿਸ਼ ਕਰਦਾ ਮੈਂ ਕਿ ਉਹਨਾਂ ਦੀ ਕਾਪੀ ਕੀਤੀ ਜਾਏ। ਕਹਿੰਦੇ ਇੱਕ ਸਿੱਖ ਆਇਆ ਤੇ ਉਹਨੇ ਮੋਢਿਆਂ ਤੋਂ ਫੜ ਕੇ ਮਾਈ ਨੂੰ ਹਿਲਾਉਣਿਆ ਵੀ ਮਾਈ ਬੁੱਢੀਏ ਕੀ ਬੋਲੀ ਜਾਨੀ ਹੈ? ਵੀ ਤੂੰ ਕਹਿਣਾ ਤੇ ਸੀ ਵੀ ਤੂੰ ਉਲਟਾ ਬੋਲਦੀ ਹੈ, ਪੁੱਠਾ ਬੋਲੀ ਜਾਨੀ ਹੈ। ਮਾਈ ਬੁੱਢੀਏ ਕੀ ਬੋਲੀ ਜਾਨੀ ਹੈ? ਤੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਵੀ ਤੂੰ ਪਰੇ ਹੋ ਜਾ, ਇਹ ਜੋ ਬੋਲਦੀ ਹੈ ਸਾਨੂੰ ਪਤਾ ਹੈ। ਬੋਲਦੀ ਠੀਕ ਸੀ ਉਹ। ਕਹਿਣਾ ਉਹ ਇਹੀ ਚਾਹੁੰਦੀ ਸੀ ਕਿ ਮੈਂ ਪਤਤ, ਪਰ ਉਹ ਗੁਰੂ ਸਾਹਿਬ ਦੇ ਜਦੋਂ ਸਾਹਮਣੇ ਆਈ ਤਾਂ ਇੱਕਦਮ ਜਿੱਦਾਂ ਨਹੀਂ ਬੰਦਾ ਪਜਲ ਹੋ ਜਾਂਦਾ ਹੈ, ਉਹ ਸੁੱਧ ਕੀ ਨਾ ਸੁੱਧ ਰਹੀ, ਉਹ ਹਾਲਤ ਹੋ ਗਈ ਤੇ ਬੋਲੀ ਇਹ ਗਈ ਵੀ ਤੂੰ ਪਤਤ ਮੈਂ ਪਤਤ ਪਾਵਨ। ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਵੀ ਹੋਇਆ ਹੈ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਖਰੇ ਹਰ ਭਾਣੇ, ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ, ਤਿਨ ਨਹੀਂ ਲੱਗਾ ਰੱਬ ਸੇਤੀ ਦੇਖਣੇ ਦੀਦਾਰ। ਤੋ ਇਸ ਕਥਾ ਦੇ ਵਿੱਚ ਇਸ ਗੱਲ ਨੂੰ ਪ੍ਰਗਟਾਇਆ ਗਿਆ। ਜਿਵੇਂ ਜਾ ਕੇ ਦੈਂਤਾਂ ਨੇ ਭਪੀਖਣ ਨੂੰ ਕਿਹਾ, ਕਹਿ ਇਉਂ ਲੱਗਦਾ ਵੀ ਜਿਵੇਂ ਸ਼੍ਰੀ ਰਾਮਚੰਦਰ ਦੇ ਦੂਤ ਹੋਣ। ਤੇ ਉਹ ਕਹਿੰਦੇ ਨੇ ਉਹਨੇ ਫਿਰ ਜੁੱਤੀ ਨਹੀਂ ਪਾਈ, ਉਹ ਨੰਗੇ ਪੈਰੀ ਤੁਰ ਪਿਆ। ਉੱਠਿਓ ਭਪੀਖਣ ਕਰ ਪੱਗ ਨੰਗੇ, ਰਾਕਸ਼ ਚਲੇ ਬਹੁਤ ਤੇ ਸੰਗੇ। ਬੜੇ ਸਾਰੇ ਰਾਖਸ਼ ਵੀ ਉਹਦੇ ਨਾਲ ਤੁਰੇ। ਹਾਂਜੀ। ਵੱਡ ਆਕਾਰ ਗਿਰ ਬਪ ਹੈ ਜੈਸੇ, ਨਾਸ਼ਾਂ ਕਰਨ ਕੰਦ ਰਾਹ ਤੈਸੇ। ਵੱਡ ਆਕਾਰ ਗਿਰ ਬਪ ਹੈ ਜੈਸੇ, ਉਹਨਾਂ ਦੇ ਸਰੀਰ ਕਹਿੰਦੇ ਵੱਡੇ ਪਹਾੜਾਂ ਵਰਗੇ ਨੇ। ਉਹਨਾਂ ਦੀਆਂ ਨਾਸਕਾਵਾਂ, ਉਹਨਾਂ ਦੀਆਂ ਨਾਸਾਂ ਕਿੱਦਾਂ ਦੀਆਂ ਨੇ, ਨੱਕ ਕਿੱਦਾਂ ਦੇ ਨੇ? ਕਹਿੰਦੇ ਜਿਵੇਂ ਪਹਾੜਾਂ ਵਿੱਚ ਵੱਡੀਆਂ ਵੱਡੀਆਂ ਕੰਦਰਾਂ ਹੁੰਦੀਆਂ ਨੇ, ਉਹ ਜਿਹੜੇ ਪਹਾੜਾਂ ਵਿੱਚ ਟੋਏ ਜੇ ਹੁੰਦੇ ਨੇ ਨਾ, ਉਹ
ਉਹਨਾਂ ਵਰਗੇ ਇਹਨਾਂ ਦੇ ਨੱਕ ਨੇ, ਤੇ ਜਿਵੇਂ ਉੱਚੇ ਉੱਚੇ ਪਹਾੜ ਹੁੰਦੇ ਨੇ ਉਵੇਂ ਇਹਨਾਂ ਦੇ ਕੱਦ ਨੇ, ਇਹਨਾਂ ਦੀ ਹਾਈਟ ਹੈ। ਹਾਂਜੀ। ਦੋਨੋਂ ਰਾਖਸ਼ ਅਗਰਜ ਕਰ ਕੈ ਆਇਓ ਨਿਕਟ ਭਾਉ ਉਰ ਧਰ ਕੈ। ਉਹ ਦੋਵੇਂ ਰਾਖਸ਼ ਅੱਗੇ ਨੇ। ਭੀਖਣ ਜਿਹੜਾ ਹੈ ਉਹ ਬੜੀ ਸ਼ਰਧਾ, ਬੜੀ ਭਾਵਨਾ ਨਾਲ ਅੱਗੇ ਆ ਕੇ ਮਿਲਦਾ ਹੈ। ਹਾਂਜੀ। ਧਰੀ ਉਪਾਇਨ ਆਗੇ ਨੀ ਕੀ ਬੰਧਨ ਕੀਐ ਸ਼ਰਧਾ ਧਰ ਜੀ ਕੀ। ਭੇਟਾ ਵੀ ਰੱਖੀ, ਮੱਥਾ ਵੀ ਟੇਕਿਆ। ਹਾਂਜੀ। ਰਾਮ ਨਾਮ ਕਹਿ ਬੈਠ ਸਮੀਪਾ ਕੁਸ਼ਲ ਬੂਝ ਬੇਦੀ ਕੁਲ ਦੀਪਾ। ਇਹਨੇ ਆ ਕੇ ਰਾਮ ਰਾਮ ਕਿਹਾ, ਭੀਖਣ ਨੇ ਮੱਥਾ ਟੇਕਿਆ ਤੇ ਬਹਿ ਗਿਆ। ਗੁਰੂ ਨਾਨਕ ਦੇ ਪਿਤਾ ਮਹਾਰਾਜ ਭੀਖਣ ਨੂੰ ਫਿਰ ਪੁੱਛਦੇ ਨੇ ਕਿ ਭੀਖਣ ਸਾਨੂੰ ਇਹ ਦੱਸ। ਹਾਂਜੀ। ਬੋਲੇ ਬਹੁਰ ਸੁਨੋ ਲੰਕੇਸ਼ਾ ਭਇਓ ਬਿਰਹਿ ਚਿਰ ਕਾਲ ਰਘੁਵੇਸ਼ਾ। ਸਤਿਗੁਰੂ ਕਹਿਣ ਲੱਗੇ ਭੀਖਣ ਇੱਕ ਦੱਸ, ਇਸ ਵੇਲੇ ਤੂੰ ਲੰਕੇਸ਼ ਹੈ, ਲੰਕਾ ਦਾ ਰਾਜਾ ਤੂੰ ਹੈ। ਰਾਵਣ ਨੂੰ ਮਾਰਨ ਤੋਂ ਬਾਅਦ ਰਾਜ ਭਾਗ ਜਿਹੜਾ ਸੀ ਸ਼੍ਰੀ ਰਾਮ ਚੰਦਰ ਜੀ ਨੇ ਉਹ ਤੈਨੂੰ ਦਿੱਤਾ ਸੀ, ਤੇ ਬੜੇ ਚਿਰ ਤੋਂ ਜਿਹੜੇ ਰਘੁਵੇਸ਼ ਨੇ ਉਹਨਾਂ ਦਾ ਤੇ ਤੇਰਾ ਬਿਰਹਾ ਬਣਿਆ ਹੋਇਆ, ਵਿਛੋੜਾ। ਜਿਹੜਾ ਬਿਰਹਾ ਸ਼ਬਦ ਹੈ ਨਾ, ਬਿਰਹਾ ਬਿਰਹਾ ਆਖੀ ਹੈ, ਇਹ ਵਿਛੋੜਾ ਜਿਹੜਾ ਹੈ ਇਹਦੇ ਅਰਥ ਬੜੇ ਸੋਹਣੇ ਨੇ ਗੁਰਬਾਣੀ ਵਿੱਚ। ਬਿਰਹਾ ਕੀ ਹੈ? ਕਹਿੰਦੇ ਮਿਲਣ ਦੀ ਜਿਹੜੀ ਤੜਫ ਹੁੰਦੀ ਹੈ। ਵਿਛੜਨੇ ਨੂੰ ਬਿਰਹਾ ਨਹੀਂ ਆਖਿਆ। ਤੁਸੀਂ ਕਿਤੇ ਰਹਿੰਦੇ ਹੋ, ਮੈਂ ਕਿਤੇ ਰਹਿਣਾ, ਇਹ ਕੋਈ ਬਿਰਹਾ ਨਹੀਂ ਹੈ, ਇਹ ਡਿਸਟੈਂਸ ਹੈ, ਇਹ ਦੂਰੀ ਹੈ। ਪਰ ਜਿਹੜੀ ਮਿਲਣ ਦੀ ਤਾਂਘ ਹੈ, ਪੀੜਾ ਹੈ, ਉਹਨੂੰ ਬਿਰਹਾ ਕਹਿੰਦੇ ਨੇ। ਕਿ 24 ਘੰਟੇ ਬਹਾਨਾ ਲੱਭਦੇ ਫਿਰੀਏ ਆਪਾਂ ਵੀ ਕਿਵੇਂ ਮਿਲਿਆ ਜਾਏ, ਉਹਨੂੰ ਬਿਰਹਾ ਕਹਿੰਦੇ ਨੇ। ਹੁਣ ਬੜੇ ਲੋਕ ਵੇਖੇ ਹੋਣੇ ਤੁਸੀਂ, ਕੰਧ ਸਾਂਝੀ ਹੈ, ਪੁੱਛ ਲਿਓ ਕਈਆਂ ਨੂੰ ਕਿ ਭਾਜੀ ਨਾਲ ਦਾ ਘਰ ਕਿਹਦਾ, ਕਹਿਣਗੇ ਜੀ ਮੇਰੇ ਵੱਡੇ ਭਰਾ ਦਾ। ਠੀਕ ਨੇ, ਠੀਕ ਹੀ ਹੋਣੇ ਨੇ, ਠੀਕ ਹੀ ਹੋਣੇ ਨੇ। ਸਾਡੇ ਨਾਲ ਤੇ ਬੋਲ ਚਾਲ ਨਹੀਂ ਹੈਗਾ, ਤੇ ਬਾਕੀ ਕੀ ਬਚਿਆ? ਬਾਕੀ ਕੀ ਬਚਿਆ? ਇੱਕ ਵਿਅਕਤੀ ਹਜ਼ਾਰਾਂ ਮੀਲ ਦੂਰ ਹੈ, ਪਰ ਉਹ ਇਸ ਤੜਫ ਵਿੱਚ ਹੈ ਕਿ ਮੈਨੂੰ ਕਦੋਂ ਮੌਕਾ ਮਿਲੇ, ਕਦੋਂ ਸਮਾਂ ਬਣੇ। ਇਹ ਚੀਜ਼ਾਂ ਮੈਂ ਵਿਦੇਸ਼ ਵਿੱਚ ਜਾ ਕੇ ਵੇਖੀਆਂ ਨੇ। ਕਹਿੰਦੇ ਗਿਆਨੀ ਜੀ ਬਸ ਗ੍ਰੀਨ ਕਾਰਡ ਹੱਥ ਆ ਜਾਏ, ਸ਼ਾਮ ਦੀ ਫਲਾਈਟ ਇੰਡੀਆ ਚਲ ਜਾਣਾ ਹੈ। ਇਹ ਬਿਰਹਾ ਹੈ। ਇਸ ਕਰਕੇ ਨਹੀਂ ਕਿ ਗ੍ਰੀਨ ਕਾਰਡ ਮਿਲੇ ਤੇ ਮੈਨੂੰ PR ਮਿਲ ਜਾਏ, ਕਈ ਇਦਾਂ ਦੇ ਵੀ ਹੈਗੇ ਨੇ। ਗ੍ਰੀਨ ਕਾਰਡ ਵੀ ਮਿਲ ਗਿਆ ਫਿਰ ਨਹੀਂ ਤੁਰੇ, ਨਹੀਂ ਕੁਛ ਬਣੂ ਲਈਏ, ਉਦੋਂ ਨੂੰ ਘਰ ਦੇ ਅੱਧੇ ਜੀ ਮਰ ਜਾਂਦੇ ਨੇ ਮਗਰੋਂ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਵੀ ਜਿਹਨੂੰ ਅਸੀਂ ਫੈਮਿਲੀ ਪ੍ਰਮੋਸ਼ਨ ਕਹਿੰਦੇ ਆ, ਅਗਰ ਤੁਸੀਂ ਵਿਦੇਸ਼ਾਂ ਦੇ ਵਿੱਚ ਕਿਤੇ ਕਾਪੀ ਪੈਨ ਲੈ ਕੇ, ਡਾਇਰੀ ਲੈ ਕੇ ਲਿਖਣਾ ਸ਼ੁਰੂ ਕਰੋ ਨਾ ਕਿ ਇਸ ਫੈਮਿਲੀ ਪ੍ਰਮੋਸ਼ਨ ਵਿੱਚ ਲੋਕਾਂ ਨੇ ਪੇ ਕਿੰਨਾ ਕੀਤਾ ਹੈ, ਉਹਦੀ ਕੀਮਤ ਕਿੰਨੀ ਦਿੱਤੀ ਹੈ। ਕਈਆਂ ਦੇ ਮਗਰੋਂ ਮਾਂ ਪਿਓ ਚਲੇ ਗਏ, ਕਈਆਂ ਦੇ ਮਗਰੋਂ ਭੈਣ ਭਰਾ ਚਲੇ ਗਏ, ਕਈਆਂ ਦੇ ਮਗਰੋਂ ਬੱਚਿਆਂ ਦੇ ਵਿਆਹ ਹੋ ਗਏ। ਦੱਸੋ ਇਸ ਤੋਂ ਪਰੇ ਹੋਰ ਕਿਹੜੇ ਸਮੇਂ ਹੁੰਦੇ ਨੇ ਜਿੱਥੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ? ਇਹ ਕੀ ਹੈ? ਇਹ ਹੈਗਾ ਪੇ ਕਰਨਾ। ਇਹ ਤਾਂ ਠੀਕ ਹੈ ਵੀ ਪਰਿਵਾਰ ਗਰੀਬ ਸੀ, ਮਜ਼ਦੂਰੀ ਕਰਕੇ ਰੋਟੀ ਖਾਂਦੇ ਸੀ, ਮਹਿਲ ਮਾੜੀਆਂ ਬਣ ਗਈਆਂ, ਪਰ ਉਸ ਬੰਦੇ ਨੇ ਕਿੰਨੀ ਕੀਮਤ ਦਿੱਤੀ ਉਹਦੀ, ਕਿੰਨੇ ਵਿਅਕਤੀ ਉਹਦੀ ਜ਼ਿੰਦਗੀ ਚੋਂ ਉਸ ਸਮੇਂ 'ਚ ਚਲੇ ਗਏ, ਇਹ ਕੀਮਤ ਹੈ ਉਹਦੀ। ਮੈਂ ਤਾਂ ਜਦੋਂ ਵੀ ਅਰਦਾਸ ਦਾ ਉਹ ਸ਼ਬਦ ਆਉਂਦਾ ਹੈ ਨਾ ਵੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ,
ਵਾਹਿਗੁਰੂ, ਉਹਦੇ ਅਰਥ ਹੀ ਇਹ ਕਰਦਾ ਹੁੰਦਾ। ਕਿਉਂਕਿ ਸਾਡੇ ਅਰਥ ਕੀ ਨੇ, ਸਾਡੇ ਕਮਾਈ ਦਾ ਅਰਥ ਕੀ ਹੈ? ਕਮਾਈ ਦਾ ਅਰਥ ਹੁੰਦਾ ਸਾਡੇ ਐਟ ਪ੍ਰੈਜੈਂਟ ਜਿਹੜੇ ਪੈਸੇ ਡਿੱਗਦੇ ਨੇ ਅਸੀਂ ਉਹਨੂੰ ਕਮਾਈ ਗਿਣੀ ਜਾਂਦੇ ਆ। ਬੜੀ ਕਮਾਈ ਹੈ, ਬੜੀ ਸੇਲ ਹੈ ਇਹਨਾਂ ਦੀ, ਗਾਹਕ ਤੇ ਲਾਈਨਾਂ ਲੱਗੀਆਂ ਰਹਿੰਦੀਆਂ ਨੇ, ਕਹਿੰਦੇ ਅੰਦਰ ਮਸ਼ੀਨਾਂ ਲੱਗੀਆਂ ਨੇ ਨੋਟ ਗਿਣਨ ਵਾਲੀਆਂ, ਅਸੀਂ ਇਹਨੂੰ ਕਮਾਈ ਕਹਿੰਦੇ ਆ। ਮੈਂ ਕਿ ਕੱਲ ਬੜੇ ਅਮੀਰ ਸੱਜਣ ਵਿਛੜ ਗਏ ਨੇ, ਮੇਰੇ ਵੀ ਮਿੱਤਰ ਸੀ, ਉਹਨਾਂ ਦੇ ਬੇਟੇ ਕੋਲ ਬੈਠਾ ਸੀ, ਮਤਲਬ ਕਈ ਇੰਡਸਟਰੀਆਂ ਦੇ ਮਾਲਕ, ਕਹਿਣ ਲੱਗੇ ਸਾਡੇ ਫਾਦਰ ਨੇ ਬੰਬੇ ਦੀਆਂ ਟ੍ਰੇਨਾਂ ਤੇ ਬੱਸਾਂ ਦੇ ਵਿੱਚ ਸਮਾਨ ਵੇਚਿਆ, ਇਹ ਕਮਾਈ ਹੈ। ਉਹ ਇਹ ਕਮਾਈ ਨਹੀਂ ਹੈ ਵੀ ਅੱਜ ਫੈਕਟਰੀਆਂ ਕਿੰਨੀਆਂ ਨੇ, ਕਮਾਈ ਇਹ ਹੈ ਕਿ ਇੱਥੋਂ ਤੱਕ ਪਹੁੰਚਣ ਵਾਸਤੇ ਬੰਦੇ ਨੇ ਕੀਤਾ ਕੀ ਹੈ। ਤੁਹਾਡੀ ਕਮਾਈ ਇਹ ਹੈ। ਹੁਣ ਅੱਜ ਕਈ ਸੋਚਦੇ ਹੋਣਗੇ ਵੀ ਭਾਈ ਸਾਹਿਬ ਇੱਥੇ ਬੈਠੇ ਨੇ, ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਪੰਜਾਬ 'ਚ ਮੁੰਡੇ ਚੁੱਕ ਕੇ ਲੈ ਜਾਂਦੇ ਸੀ ਨਾ, ਉਦੋਂ ਰਾਤ ਨੂੰ 10-11 ਵੱਜ ਜਾਣੇ, ਸਾਈਕਲ ਤੇ ਪਿੰਡਾਂ 'ਚੋਂ ਕਥਾ ਕਰਕੇ ਆਉਣੀ, ਤੇ 2 ਵਾਰੀ ਤਾਂ ਮੈਨੂੰ ਵੀ ਚੁੱਕਿਆ ਪੁਲਿਸ ਨੇ। ਹੁਣ ਉਹ ਧਿਆਨ ਕਿਸੇ ਨੇ ਨਹੀਂ ਧਰਨਾ, ਧਿਆਨ ਤੇ ਹੋਣ ਵਾਲਾ ਧਰੀ ਜਾਣਾ ਵੀ ਪੈਸੇ ਬਹੁਤ ਆਉਂਦੇ ਨੇ ਬਾਬੇ ਨੂੰ। ਹਰ ਬੰਦੇ ਦੀ ਲਾਈਫ ਜਿਹੜੀ ਹੈ ਉਹ ਥੱਲੇ ਤੋਂ ਸ਼ੁਰੂ ਹੋਈ ਹੈ। ਕਦੇ ਤੁਸੀਂ ਵੇਖ ਲਿਓ ਕੋਈ ਵੀ ਆਦਮੀ ਜਿਹੜਾ ਉੱਪਰ ਆਇਆ ਹੈ, ਉਹਦੀ ਜਦੋਂ ਲਾਈਫ ਦੀ ਤੁਸੀਂ ਸ਼ੁਰੂਆਤ ਪੜੋਗੇ ਤੁਸੀਂ ਹੈਰਾਨ ਹੋ ਜਾਓਗੇ। ਇੱਕ ਘਰ ਘਰ ਦੀ ਕਹਾਣੀ ਹੈ। ਸਾਡੀ ਗਲਤੀ ਕੀ ਹੈ? ਅਸੀਂ ਜਦੋਂ ਆਪਸ ਵਿੱਚ ਰਿਸ਼ਤੇਦਾਰ ਭੈਣ ਭਰਾ ਬੈਠਦੇ ਨਾ, ਅਸੀਂ ਗੱਪਾਂ ਮਾਰਦੇ, ਗੱਪਾਂ। ਇੱਕ ਲਿਫਾਫਾ ਭਰ ਕੇ ਛੱਡੇਗਾ, ਫਿਰ ਦੂਜਾ ਛੱਡੇਗਾ, ਫਿਰ ਤੀਜਾ ਛੱਡੇਗਾ। ਤੇ ਜੇ ਕਿਤੇ ਆਪਾਂ ਸਾਰੇ ਗੱਲਾਂ ਕਰੀਏ, ਮੇਰੇ ਇੱਕ ਮਿੱਤਰ ਨੇ, ਬੜੇ ਸੌਖੇ ਨੇ, ਕਹਿੰਦੇ ਗਿਆਨੀ ਜੀ ਸ਼ਾਮ 84 ਦਾ ਨਾਂ ਸੁਣਿਆ, ਹੁਸ਼ਿਆਰਪੁਰ? ਮੈਂ ਕਿਹਾ ਸੁਣਿਆ, ਉਹਨੂੰ ਇਵਨਿੰਗ 84 ਵੀ ਕਹਿੰਦੇ ਨੇ। ਕਹਿੰਦੇ ਉੱਥੇ ਇੱਕ ਡੇਰਾ ਹੈ, ਕਹਿੰਦੇ ਉੱਥੇ ਅਸੀਂ ਖੰਡ ਪਾਠ ਦੀ ਡਿਊਟੀ ਕਰਦੇ ਹੁੰਦੇ ਸੀ। ਹੁਣ ਵੇਖੋ ਤੁਸੀਂ ਕਰਨਾ ਕੀ, ਦਿਨ ਵੇਲੇ ਖੰਡ ਪਾਠ ਦੀ ਡਿਊਟੀ ਕਰਨੀ ਤੇ ਰਾਤ ਨੂੰ ਗੱਡਾ ਲੈ ਕੇ ਅੰਮ੍ਰਿਤਸਰ ਜਾਣਾ ਤੇ ਗੱਡੇ ਤੇ ਨੀਂਦ ਪੂਰੀ ਕਰਨੀ, ਜਾਂਦਿਆਂ ਵੀ ਸੁੱਤੇ ਜਾਣਾ, ਆਉਂਦਿਆਂ ਵੀ ਸੁੱਤੇ ਆਉਣਾ। ਬਲਦ ਜਿਹੜੇ ਸੀ ਉਹ ਹਿਲੇ ਹੋਏ ਸੀ, ਉਹ ਗਾਡੀ ਰਾਹ ਪੈਂਦੇ ਸੀ, ਸਿੱਧੇ ਅੰਮ੍ਰਿਤਸਰ ਲੈ ਜਾਂਦੇ ਸੀ। ਹੁਣ ਅੱਜ ਤੁਸੀਂ ਗਿਣੋ ਵੀ ਉਸ ਬੰਦੇ ਕੋਲੇ ਜੀ 2 ਕਰੋੜ ਦੀ ਕਾਰ ਹੈ ਜੀ, 3 ਕਰੋੜ ਦੀ ਕਾਰ ਹੈ ਜੀ, ਪਰ ਕਮਾਈ ਹੈ ਕਿ ਬੜੇ ਬੰਦੇ ਨੇ ਜਿਨ੍ਹਾਂ ਨੇ 24 ਘੰਟਿਆਂ 'ਚੋਂ 18, 19, 20 ਘੰਟੇ ਰੋਜ਼ ਕੰਮ ਕੀਤਾ ਹੈ, ਔਰ ਉਹ ਵੀ ਉਦੋਂ ਜਦੋਂ ਰੋਟੀ ਵੀ ਨਹੀਂ ਸੀ ਮਿਲਦੀ। ਜਿੰਨੀ ਰੋਟੀ ਅੱਜ ਤੁਹਾਡੀ ਫਰਿੱਜ 'ਚ ਖਰਾਬ ਹੁੰਦੀ ਹੈ ਨਾ, ਇੰਨੀ ਰੋਟੀ ਹਫ਼ਤੇ 'ਚ ਨਹੀਂ ਸੀ ਬੰਦੇ ਨੂੰ ਖਾਣ ਨੂੰ ਮਿਲਦੀ ਹੁੰਦੀ, ਜਿਹੜੇ ਬੰਦਿਆਂ ਨੇ ਜੀਵਨ ਵਿੱਚ ਕਮਾਈ ਕੀਤੀ ਹੈ। ਬਿਰਹੇ ਤੋਂ ਅਰਥ ਕੀ ਹੈ? ਮਿਲਣ ਦੀ ਪੀੜਾ। ਸਿੱਖ ਬਿਰਹੇ ਦਾ ਅਰਥ ਅੱਖਰੀ ਅਰਥ ਵਿਛੋੜਾ ਹੀ ਹੈ, ਪਰ ਉਹ ਵਿਛੋੜਾ ਨਹੀਂ ਕਿ ਤੁਸੀਂ ਮਿਲਣ ਨੂੰ ਕਦੇ ਇੱਛਾ ਹੀ ਨਹੀਂ ਪ੍ਰਗਟ ਕੀਤੀ, ਚਾਹੇ ਹੀ ਨਹੀਂ ਕਦੇ। ਬਿਰਹਾ ਉਹ ਹੈ ਜਿੱਥੇ ਤੁਸੀਂ ਹਰ ਘੜੀ ਇਸ ਤਾਕ ਵਿੱਚ ਹੋ ਵੀ ਬਹਾਨਾ ਬਣੇ ਸਹੀ, ਕੋਈ ਇਧਰੋਂ ਉਧਰੋਂ ਕੋਈ ਥੋੜੀ ਜੀ ਗੱਲ ਰਲੇ ਸਹੀ, ਤੂੰ ਕਰੇਗਾ? ਹਾਂ ਜੀ ਮੈਂ ਤੇ ਕਰਾਂਗਾ ਜੀ, ਮੈਨੂੰ ਤਾਂ ਭੇਜੋ ਜੀ, ਉਹਨੇ ਭੇਜੋ ਜੀ। ਸਤਿਗੁਰੂ ਪੁੱਛਦੇ ਨੇ ਭਵੀਖਣ ਵੀ ਬੜਾ ਸਮਾਂ ਹੋ ਗਿਆ ਬਈ ਤੈਨੂੰ,
बोले बहुर सुनो लंकेशा भयो बिरहै चिरकाल रघुवेशा। रघुवेश तो बिरहे दे विच तैनू ते बड़ा ही समा हो गया। मैं जिदन भाई निर्मल सिंह खालसे की बरसी सी ना 2 अप्रैल वाले दिन ये गल अमृतसर कही सी और मैं रोया भी सी। और ये गल भी मैनू हुण जाके समझ आई है तकरीबन 50 साल तो बाद कि जिन्हों तुसी याद करते हो वो तुहाडा अपना नहीं है। ये चेता रखना, किताब च लिख लेना इनू। जिन्हों याद करना पवे वो तुहाडा अपना नहीं है। अपनियां नूं तां भुलाउणा पैंदा है। अपनियां नूं भुलाउणा पैंदा है। तुसी कदे वेखियो भैणां होण भरा ना होवे, जदों भरा दे बच्चों की शादी होएगी भैणां उदों ही रोणगियां ते भरजाई दियां भैणां जिहड़ियां होणगियां वो कहणगियां इन्हां ते बद सगनी करनी करनी है ना। मतलब जिहड़ी जिहदे भणेवें ने वो ये बोलेगी ते जिहदे भतीजे ने वो रोएगी। पुछो भी रोंदी क्यों है तू? वो रोना इस गल का भी अज साडा वीर हुंदा ना, मतलब सी कि अज साडा भरा विच हुंदा। जदों भतीजियां दे विआह होण लगे ने ते खुशी किन्नी वड्डी हुंदी। हुण इहनूं कहंदे ने प्यार। जदों घर विच खुशी दा कोई काम होएगा, जदों तुसी किसे नूं रोवो, इहदा मतलब तुहानूं भुल नहीं रहा। तो जिहदा चेता ही नहीं कदे आया वो अपना थोड़ा सीगा, वो तुहाडा अपना नहीं सी। अपने तो भुलाउणे पैंदे ने। इसे करके सतगुरु ने कहा ना भी रब नूं किवें याद करना है, कहंदे जिवें मच्छी करदी है। भी गुरु तेग बहादुर साहब मच्छी कदों पानी पानी करदी है? सुनिया किसी ने मच्छी नूं पानी पानी करदे आ? नहीं। मच्छी कोल ते जुबान ही नहीं है, मच्छी तो बोलती नहीं है। हाँ जे तुसी वेखना होवे तो उन्होंने पानी चों बाहर कढ़ के वेखियो तड़फदी किवें है, उत्थों पता लगेगा भी वो पानी की है। पानी उहदा जीवन है। पानी उहदी मौज मस्ती नहीं है, पानी उहदा शौक नहीं है। साडे तो शौक ने, साडी तो मौज मस्ती है संसार दीयां चीज़ां। जीवन नहीं है। जीवन वो है जिहदे बिना तुसी तड़फोगे। जिदन पाठ नहीं होया, जिदन गुरुद्वारे नहीं गए, जिदन कीर्तन नहीं सुनिया, जिदन कथा नहीं सुनी, अगर तुहाडा मन तड़फदा है, इहदा अर्थ है तुहानूं प्यार है। तो जे डड्डू वाली गल है भी पानी 'च छाल मारती तां कोई नहीं, पानी चों बाहर कंढे ते छाल मारती तां कोई नहीं, पानी विच बह के डिया डिया कर ली तां कोई नहीं, झाड़ियां 'च बह के कर ली तां कोई नहीं। जिहड़ा इदां करे वो डड्डू वर्गा है, तो जिहड़ा पानी तो बिना तड़फे वो मच्छी वर्गा है। हाँ जी। मेल फेर कीनो कै नाही, महाभगत तू दहतन माही। मेल फेर कीनो कै नाही। भीखण कदे मुड़ के रामचंद्र जी का तेरे नाल मेल होया? क्योंकि दैंतां विचों तू वड्डा भगत सी। दैंतां दे विचों, नहीं तो बाकी तो सारे दैंत जिहड़े सी वो रामचंद्र जी दे विरोधी सी, दुश्मन सी। वो तो देवतियां नूं मारदे सन। हाँ जी। लखे बभीखन संत सो पूरे, हाथ बांध बोलियो बाचरूरे। लखे बभीखन संत सो पूरे। बभीखन नूं समझ आ गई, क्योंकि ब्रह्म ज्ञानी की गत ब्रह्म ज्ञानी जाने। कई बंदे ना तुहाडे नाल ना अट्टे सट्टे लाउणगे एवें, तुहाडा फिर भाई साहब पिंड फलाना है ना, नहीं।
ਨਹੀਂ ਮੈਨੂੰ ਤੇ ਲੱਗਦਾ ਪਰ ਸ਼ਾਇਦ ਪਤਾ ਨਹੀਂ ਆਪਾਂ ਮਿਲੇ ਆ ਕਿਤੇ, ਮਤਲਬ ਇਦਾਂ ਤੇ ਜੋਤਸ਼ੀ ਟੇਵੇ ਨਹੀਂ ਲਾਉਂਦਾ ਜਿੱਦਾਂ ਕਈ ਬੰਦੇ ਲਾਉਣ ਲੱਗ ਜਾਣਗੇ। ਪਰ ਜਿਹੜਾ ਵਿਅਕਤੀ ਤੁਹਾਡਾ ਹਮਰਾਜ ਹੋਏਗਾ, ਜਿਹੜਾ ਤੁਹਾਡਾ ਵਿਅਕਤੀ ਹਮ ਸਫਰ ਹੋਏਗਾ, ਉਹ ਤੁਹਾਨੂੰ ਬੜੀ ਪਤੇ ਦੀ ਗੱਲ ਸੁਣਾਏਗਾ ਤੇ ਫਿਰ ਤੁਹਾਨੂੰ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਪੈਗੀ। ਭੀਖਣ ਨੂੰ ਸਮਝ ਆ ਗਈ ਕਿ ਇਹ ਜਿਹੜੀਆਂ ਦਰਵੇਸ਼ ਆਇਆ ਗੱਲਾਂ ਕਰਦਾ ਹੈ ਨਾ, ਇਹ ਆਮ ਵਿਅਕਤੀ ਨਹੀਂ ਹੈ। ਇਹ ਕਿਸੇ ਨੂੰ ਕੀ ਪਤਾ ਹੈ। ਇਹ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਸੀ ਨਾ ਵੀ ਜਿਸ ਤਨ ਲਾਗੈ ਸੋਈ ਜਾਣੈ, ਕੌਣ ਜਾਣੈ ਪੀਰ ਭਰਾਈ। ਦੂਜੇ ਦੀ ਪੀੜਾ ਨੂੰ ਕੌਣ ਸਮਝ ਸਕਦਾ ਹੈ। ਵੇਖੋ ਜਿਸ ਬੰਦੇ ਦਾ ਨੁਕਸਾਨ ਨਹੀਂ ਹੋਇਆ ਉਹਨੂੰ ਦੂਜੇ ਦੇ ਨੁਕਸਾਨ ਦੀ ਕੋਈ ਕੀਮਤ ਨਹੀਂ ਜੇ ਪਤਾ। ਮੈਂ ਤੇ ਗੱਲ ਛੋਟੇ ਹੁੰਦਿਆਂ ਸੁਣੀ ਸੀ, ਕਹਿੰਦੇ ਬੁੱਢਾ ਭਾਵੇਂ ਕਿਸੇ ਦਾ ਵੀ ਮਰੇ, ਕਹਿੰਦੇ ਜਦੋਂ ਮਾਈਆਂ ਜਾ ਕੇ ਰੋਂਦੀਆਂ ਨੇ ਨਾ, ਉਹਨਾਂ ਦੇ ਬੁੱਢੇ ਨੂੰ ਨਹੀਂ ਰੋਂਦੀਆਂ, ਆਪਣੇ ਨੂੰ ਰੋਂਦੀਆਂ ਨੇ। ਉਹਨਾਂ ਨੂੰ ਆਪਣਾ ਬਾਪੂ ਚੇਤੇ ਆਉਂਦਾ ਹੈ। ਉਹਨਾਂ ਨੂੰ ਉਸ ਵੇਲੇ ਉਹ ਸੀਨ ਆਪਣਾ ਨਜ਼ਰ ਆਉਂਦਾ ਵੀ ਕਦੇ ਇਸ ਤਰ੍ਹਾਂ ਸਾਡਾ ਵੀ ਫਾਦਰ ਗਿਆ ਸੀ, ਸਾਡੇ ਘਰ 'ਚ ਵੀ ਸੱਥਰ ਵਿਛਿਆ ਸੀ, ਅਸੀਂ ਵੀ ਇਸੇ ਤਰ੍ਹਾਂ ਹੀ ਇਕੱਲੇ ਰਹਿ ਗਏ ਸਾਂ। ਉਹਨਾਂ ਨੂੰ ਆਪਣੀ ਪੀੜਾ ਜਿਹੜੀ ਹੈ ਉਹ ਸਾਹਮਣੇ ਪ੍ਰਗਟ ਹੁੰਦੀ ਹੈ। ਹਾਂਜੀ। ਸੁਨਹੁ ਸੰਤ ਜਬ ਕਾ ਮੈਂ ਈਸ਼ਵਰਾ, ਤਬ ਕਾ ਰਾਮ ਨਾਮ ਉਰ ਤਰਾ। ਹਾਥ ਬੰਦ ਬੋਲਿਓ ਬਚ ਰੂਰੇ। ਭੀਖਣ ਨੇ ਅੱਗੋਂ ਕਿਹਾ, ਕਹਿਣ ਲੱਗਾ ਸੰਤ ਜੀ ਇਹ ਠੀਕ ਹੈ, ਮੈਂ ਸ਼੍ਰੀ ਰਾਮਚੰਦਰ ਜੀ ਤੋਂ ਵਿਛੜ ਗਿਆ, ਪਰ ਮੈਂ ਇੱਕ ਕੰਮ ਕੀਤਾ ਹੈ। ਕਹਿੰਦੇ ਕੀ? ਕਹਿੰਦੇ ਰਾਮ ਨਹੀਂ ਤੇ ਨਾ ਸਹੀ, ਕਹਿੰਦਾ ਪਰ ਮੈਂ ਰਾਮ ਦਾ ਨਾਂ ਆਪਣੇ ਹਿਰਦੇ ਵਿੱਚ ਪੱਲੇ ਬੱਧਾ ਹੋਇਆ ਹੈ। ਰਾਮ ਦਾ ਨਾਮ ਜਿਹੜਾ ਹੈ ਉਹ ਪੱਲੇ ਬੱਧਾ ਹੋਇਆ ਹੈ। ਅਗਰ ਕੋਈ ਵਿਅਕਤੀ ਤੁਹਾਨੂੰ ਬੜੀ ਦੇਰ ਬਾਅਦ ਮਿਲੇ, ਬੜੀ ਦੇਰ ਬਾਅਦ, ਤੁਸੀਂ ਇਹ ਸੋਚਦੇ ਹੋ ਵੀ ਸ਼ਾਇਦ ਭੁੱਲ ਗਿਆ ਹੋਏਗਾ, ਤੇ ਉਹ ਵਿਅਕਤੀ ਤੁਹਾਨੂੰ ਮਿਲੇ ਤੇ ਤੁਹਾਨੂੰ ਆਪਣੇ ਫੋਨ 'ਚੋਂ ਫੋਟੋ ਕੱਢ ਕੇ ਵਿਖਾ ਦੇਵੇ, ਤੁਸੀਂ ਕੀ ਮਹਿਸੂਸ ਕਰੋਗੇ? ਵੀ ਯਾਰ ਕਮਾਲ ਹੈ, ਇਸ ਬੰਦੇ ਨੇ ਤੇ ਮੈਨੂੰ ਭੁਲਾਇਆ ਹੀ ਨਹੀਂ। ਭਾਈ ਵੀਰ ਸਿੰਘ ਨੇ ਲਿਖਿਆ ਹੈ, ਹੋਵੇ ਪਿਆਰ ਤੇ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਲੇ। ਨਹੀਂ, ਉਹ ਨਜ਼ਰਾਂ ਤੋਂ ਦੂਰ ਜਾ ਹੀ ਨਹੀਂ ਸਕਦਾ। ਹਾਂਜੀ। ਨਹਿ ਬਿਸਰਿਓ ਮੈਂ ਜਾਨੋ ਤਿਨ ਕੋ, ਚਿਤ ਮਹਿ ਨਾਮ ਬਸਤ ਨਿਤ ਜਿਨ ਕੋ। ਮੈਂ ਜਾਣਦਾ ਮੈਂ ਉਹਨਾਂ ਤੋਂ ਵਿਛੜਿਆ, ਪਰ ਮੇਰੇ ਚਿੱਤ ਵਿੱਚੋਂ ਕਦੇ ਉਹਨਾਂ ਦਾ ਨਾਮ ਨਹੀਂ ਨਿਕਲਿਆ। ਹਾਂਜੀ। ਹਿਰਦੈ ਧਰ ਕੇ ਧਿਆਨ ਮੁਕੰਦਾ, ਨਿਤਾ ਪ੍ਰਤੀ ਹਉ ਮਗਨ ਆਨੰਦਾ। ਇਸ ਕਰਕੇ ਮੈਂ ਦਿਨ ਰਾਤ ਉਹਨਾਂ ਦਾ ਧਿਆਨ ਧਰਦਾ, ਆਪਣੀ ਸੁਰਤੀ ਉਹਨਾਂ ਵਿੱਚ ਜੋੜ ਕੇ ਆਨੰਦਿਤ ਰਹਿਣਾ, ਮੈਂ ਮਗਨ ਰਹਿਣਾ, ਮਸਤ ਰਹਿਣਾ। ਹਾਂਜੀ। ਮੇਲ ਸਰੀਰਨ ਕੋ ਬਣਿਓ, ਵਿਸ਼ੁਰਨ ਹੈ ਇਨ ਅੰਤ। ਕਹਿਣ ਲੱਗਾ ਸੰਤ ਜੀ ਮਿਲਣਾ ਇਹਨਾਂ ਸਰੀਰਾਂ ਦਾ, ਹਰ ਮਿਲਣ ਵਾਲੇ ਨੂੰ ਇੱਕ ਗੱਲ ਚੇਤਾ ਰੱਖਣੀ ਚਾਹੀਦੀ ਵੀ ਇਹਨੇ ਵਿਛੜਨਾ ਜ਼ਰੂਰ ਜੇ। ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਚਲੋ ਆਪਾਂ ਬੈਠਦੇ ਹਾਂ ਜੀ, ਮਿਲਦੇ ਹਾਂ ਜੀ, ਫਿਰ ਇਹ ਚੇਤਾ ਜ਼ਰੂਰ ਰੱਖਣਾ ਵੀ ਇੱਕ ਟਾਈਮ ਐਸਾ ਜ਼ਰੂਰ ਆਏਗਾ ਜਦੋਂ ਸਾਨੂੰ ਇੱਕ ਦੂਜੇ ਦੇ ਕੋਲੋਂ ਉੱਠਣਾ ਪਏਗਾ, ਵਿਛੜਨਾ ਪਏਗਾ। ਹਾਂਜੀ। ਮਿਲੇ ਨ ਬਿਸਰੇ ਸੇ ਸਦਾ, ਜਿਨ ਉਰ ਨਾਮ ਸੁਮੰਤ। ਜਿਹੜੇ ਮਨ ਵਿੱਚ ਮੰਤਰ ਵਸਾ ਲੈਂਦੇ ਨੇ ਉਹ ਕਦੇ ਵਿਛੜਦੇ ਨਹੀਂ, ਉਹ ਕਦੇ ਦੂਰ ਨਹੀਂ ਹੁੰਦੇ। ਹਾਂਜੀ। ਜਬ ਸ਼੍ਰੀ ਰਾਮ ਲੰਕ ਚੜ ਆਇਓ,
ਦਸ ਮਿਰ ਕੋ ਮੈਂ ਤਬ ਸਮਝਾਇਓ। ਕਹਿਣ ਲੱਗਾ ਜੀ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਸਮੁੰਦਰ ਪਾਰ ਕਰ ਲਿਆ, ਲੰਕਾ ਵਿੱਚ ਪ੍ਰਵੇਸ਼ ਕਰ ਲਿਆ, ਭਪੀਖਣ ਕਹਿੰਦਾ ਮੈਂ ਦੌੜ ਕੇ ਗਿਆ ਰਾਵਣ ਦੇ ਕੋਲ, ਭਰਾ ਸੀ, ਕਹਿੰਦਾ ਮੈਂ ਜਾ ਕੇ ਉਹਨੂੰ ਕਿਹਾ, ਦੱਸਿਆ ਉਸ ਨੂੰ ਮੈਂ, ਹਾਂਜੀ, ਸੀਤਾ ਦੇਹ ਮਿਲੋ ਰਘੁਨਾਥੰ, ਰਾਜ ਕਰੋ ਬੈਠੇ ਸੁਖ ਸਾਥੰ। ਮੈਂ ਜਾ ਕੇ ਕਿਹਾ ਭਰਾਤਾ ਸ਼੍ਰੀ ਸੀਤਾ ਵਾਪਸ ਕਰ ਦੇ, ਸੀਤਾ ਵਾਪਸ ਕਰ ਦੇ, ਜੰਗ ਨਹੀਂ ਹੋਏਗੀ, ਜੰਗ ਨਹੀਂ ਹੋਏਗੀ ਤੇ ਕੋਈ ਬਰਬਾਦੀ ਨਹੀਂ ਹੋਏਗੀ। ਸ਼੍ਰੀ ਰਾਮਚੰਦਰ ਵਾਪਸ ਚਲੇ ਜਾਣਗੇ, ਤੁਸੀਂ ਆਪਣਾ ਲੰਕਾ ਵਿੱਚ ਬਹਿ ਕੇ ਰਾਜ ਕਰੋ, ਤੁਸੀਂ ਕੀ ਲੈਣਾ ਹੈ। ਪਰ ਹੋਇਆ ਕੀ? ਕਹਿੰਦਾ ਮੈਂ ਜਾ ਕੇ ਰਾਵਣ ਨੂੰ ਕਿਹਾ, ਹਾਂਜੀ, ਕਰਿਓ ਕ੍ਰੋਧ ਤਿਨ ਲਾਤ ਪ੍ਰਹਾਰੀ, ਕੀਨ ਅਨਾਦਰ ਸਭਾ ਮਜਾਰੀ। ਤੇ ਰਾਵਣ ਨੇ ਅੱਗੋਂ ਇਹ ਨਹੀਂ ਆਖਿਆ ਕਿ ਨਹੀਂ ਜਾ ਭਪੀਖਣ ਆਪਣਾ ਕੰਮ ਕਰ ਜਾ ਕੇ। ਕਹਿੰਦੇ ਰਾਵਣ ਨੇ ਭਪੀਖਣ ਦੇ ਲੱਤ ਦੇ ਕੱਢ ਮਾਰੀ, ਉੱਠਿਆ ਸਿੰਘਾਸਣ ਤੋਂ, ਲੱਤ ਮਾਰ ਕੇ ਸੁੱਟਦਾ ਵੀ ਤੇਰੀ ਹਿੰਮਤ ਕਿੱਦਾਂ ਪਈ ਤੂੰ ਆ ਕੇ ਕਵੇਂ ਵੀ ਸੀਤਾ ਵਾਪਸ ਕਰ ਦਿਓ। ਭਪੀਖਣ ਕਹਿੰਦਾ ਵੀ ਮੈਂ ਬੇਪੱਤ ਹੋਇਆ ਭਰੀ ਸਭਾ ਦੇ ਵਿੱਚ, ਔਰ ਕੀਤਾ ਵੀ ਮੇਰੇ ਵੱਡੇ ਭਰਾ ਨੇ, ਰਾਵਣ ਨੇ ਕੀਤਾ, ਹਾਂਜੀ। ਲਾਤ ਪ੍ਰਹਾਰ ਕਸ਼ਟ ਸਹਿ ਤਬ ਹੀ, ਦਹਿ ਦਿਸ ਦੀਨ ਪਇਓ ਮੈਂ ਤਬ ਹੀ। ਕਹਿੰਦਾ ਲੱਤ ਦੀ ਦਰਦ ਵੀ ਬਹੁਤ ਹੋਈ, ਬੜਾ ਬਲੀ ਸੀ ਰਾਵਣ, ਕੋਈ ਛੋਟਾ ਜਿਹਾ ਥੋੜਾ ਸੀ, ਪਰ ਦਸਾਂ ਦਿਸ਼ਾਵਾਂ ਦੇ ਵਿੱਚ, ਮਹਿਲਾਂ ਦੇ ਵਿੱਚ ਜਦੋਂ ਲੱਤ ਵੱਜੀ ਹੈ, ਦਰਬਾਰ 'ਚ ਜਦੋਂ ਲੱਤ ਵੱਜੀ ਹੈ, ਤੇ ਦਸਾਂ ਦਿਸ਼ਾਵਾਂ ਦਾ ਅਰਥ ਹੁੰਦਾ ਵੀ ਸੱਜੇ ਖੱਬੇ, ਅੱਗੇ ਪਿੱਛੇ, ਉੱਪਰ ਥੱਲੇ। ਕਹਿੰਦਾ ਮੈਨੂੰ ਧਰਤੀ ਨੇ ਥਾਂ ਨਹੀਂ ਦਿੱਤੀ ਵੀ ਮੈਂ ਹੁਣ ਕਿੱਥੇ ਗਰਕ ਹੋ ਜਾਵਾਂ। ਦਹਿ ਦਿਸ਼ ਦੀਨ ਭਇਓ ਮੈਂ ਤਬ ਹੀ, ਔਰ ਕਿਸੇ ਨੇ ਮੇਰੇ ਲਈ ਕੋਈ ਸ਼ਬਦ ਨਹੀਂ ਬੋਲਿਆ, ਕਿਸੇ ਦੀ ਹਿੰਮਤ ਨਹੀਂ ਪਈ ਰਾਵਣ ਦੇ ਦਰਬਾਰ ਦੇ ਵਿੱਚ ਕੋਈ ਬੋਲ ਸਕੇ, ਕਹਿ ਸਕੇ ਕਿ ਲੰਕੇਸ਼ ਇਹ ਤੁਹਾਡੇ ਲਈ ਯੋਗ ਨਹੀਂ, ਠੀਕ ਨਹੀਂ ਹੈ, ਹਾਂਜੀ। ਰਾਮਚੰਦ ਕੀ ਤਕੀ ਸ਼ਰਨਾ, ਤਹ ਛਿਨ ਭਇਓ ਹਿਰਦੈ ਅਸ ਫੁਰਨਾ। ਕਹਿਣ ਲੱਗਾ ਮੇਰੇ ਮਨ ਵਿੱਚ ਇੱਕ ਫੁਰਨਾ ਆ ਗਿਆ ਕਿ ਇਸ ਰਾਖਸ਼ ਕੋਲੋਂ ਲੱਤਾਂ ਖਾਣ ਦੀ ਥਾਂ ਮੈਨੂੰ ਸ਼੍ਰੀ ਰਾਮਚੰਦਰ ਜੀ ਦੀ ਸ਼ਰਨ ਚਲੇ ਜਾਣਾ ਚਾਹੀਦਾ ਹੈ। ਇਹ ਗਲਤ ਹੈ, ਇਹ ਉਹਨਾਂ ਦੀ ਇਸਤਰੀ ਚੁੱਕ ਕੇ ਲਿਆਇਆ, ਉਹ ਗਲਤ ਨਹੀਂ ਹੈ। ਉਹਨਾਂ ਦਾ ਫੌਜ ਲੈ ਕੇ ਆਉਣਾ ਉਹਨਾਂ ਦਾ ਧਰਮ ਹੈ, ਉਹਨਾਂ ਦੀ ਡਿਊਟੀ ਹੈ, ਹਾਂਜੀ। ਗੜ ਲੰਕਾ ਕੋ ਮਾਰੈ ਜਬ ਹੀ, ਵਿਜੈ ਹੋਏ ਰਘੂਪਤ ਕੀ ਤਬ ਹੀ। ਫਿਰ ਕੀ ਹੋਇਆ ਕਿ ਜਿਵੇਂ ਹੀ ਰਾਵਣ ਮਾਰਿਆ ਗਿਆ ਤੇ ਸ਼੍ਰੀ ਰਾਮਚੰਦਰ ਜੀ ਦੀ ਵਿਜੇ ਹੋ ਗਈ, ਜਿੱਤ ਹੋ ਗਈ, ਹਾਂਜੀ। ਮੁਝੈ ਰਾਜ ਦੇਹ ਲੰਕ ਸਮੇਤਾ, ਇਉਂ ਵਿਚਾਰ ਕਰ ਚੱਲਿਓ ਕਨਕੇਤਾ। ਮੈਨੂੰ ਸ਼੍ਰੀ ਰਾਮਚੰਦਰ ਜੀ ਨੇ ਇੱਥੋਂ ਦਾ ਰਾਜ ਭਾਗ ਬਖਸ਼ ਦਿੱਤਾ ਤੇ ਸ਼੍ਰੀ ਰਾਮਚੰਦਰ ਜਿਹੜੇ ਸੀ ਉਹ ਵਾਪਸ ਚਲੇ ਗਏ, ਹਾਂਜੀ। ਗਮਨਿਓ ਸਨਮੁਖ ਹੋਏ ਅਨਾਥਾ, ਜਾਏ ਦਰਸ਼ ਦੇਖਿਓ ਰਘੁਨਾਥਾ। ਕਹਿੰਦਾ ਮੈਂ ਸਨਮੁਖ ਹੋ ਕੇ ਗਿਆ, ਮੈਂ ਜਾ ਕੇ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ, ਹਾਂਜੀ। ਰਾਜ ਚਾਹੇ ਤਹ ਛਿਨ ਮਿਟ ਗਈ, ਇਉਂ ਵਿਚਾਰ ਉਰ ਮੈਂ ਸ਼ੁਭ ਭਈ। ਉਹਨਾਂ ਦੇ ਦਰਸ਼ਨਾਂ ਦਾ ਇੱਕ ਪ੍ਰਤਾਪ ਹੋਇਆ ਕਿ ਜਿਹੜੀ ਰਾਜ ਕਰਨ ਦੀ ਇੱਛਾ ਹੁੰਦੀ ਹੈ ਨਾ, ਕਹਿੰਦੇ ਉਹ ਚਲੀ ਗਈ। ਰਾਜ ਤੇ ਹੈ ਹੀ ਸੀ, ਅੱਜ ਵੀ ਜਿਹੜਾ ਕਲੇਸ਼ ਹੈ ਨਾ ਰਾਜਨੀਤੀ ਦਾ ਉਹ ਇਹੋ ਹੀ ਹੈ। ਹੁਣ ਸਵਾਲ ਇਹ ਨਹੀਂ ਹੈ ਕਿ ਅੱਜ ਦਾ ਪ੍ਰਧਾਨ ਮੰਤਰੀ ਕੌਣ ਹੈ, ਸਵਾਲ ਇਹ ਵੀ ਇਸ ਤੋਂ ਅਗਲਾ ਕੌਣ ਹੋਏਗਾ। ਅੱਜ ਜੋ ਕੁਝ ਹੋ ਰਿਹਾ ਸਾਡੇ ਨਾਲ ਇਸ ਗੱਲ ਤੋਂ ਹੋ ਰਿਹਾ ਵੀ ਅਗਲੀ ਵਾਰੀ ਵੀ ਮੈਂ ਹੀ ਬਣਨਾ ਹੈ। ਇਹ ਸਾਰੀ ਸਾੜ ਸਤੀ ਉਸੇ ਚੀਜ਼ ਦੀ ਹੈ।
ਇਹਨੂੰ ਕਹਿੰਦੇ ਨੇ ਇੱਛਾ। ਹੁਣ ਜੇ ਕਹੀਏ ਰਾਜ ਭਾਗ ਤੇ ਹੈਗਾ ਹੀ ਹੈ, 24 ਤੱਕ ਸਰਕਾਰ ਇਹੀ ਰਹਿਣੀ ਜਿਹੜੀ ਹੈਗੀ ਹੈ। ਸਵਾਲ ਹੈ ਵੀ 24 ਤੋਂ ਬਾਅਦ ਮੈਂ ਨਹੀਂ ਹੋਵਾਂਗਾ ਤੇ ਕੌਣ ਹੋਏਗਾ? ਨਹੀਂ ਤੇ ਚਾਹੀਦਾ ਇਹ ਹੈ ਕਿ 24 ਤੱਕ ਬਿਲਕੁਲ ਠੀਕ ਤਰੀਕੇ ਨਾਲ ਸਰਕਾਰ ਚੱਲਣੀ ਚਾਹੀਦੀ। 24 ਆਏਗੀ ਤੇ ਵੇਖੀ ਜਾਏਗੀ। ਨਹੀਂ, ਅੱਜ ਸਾਰੀ ਰਾਜ ਸ਼ਕਤੀ ਨੂੰ ਇਸ ਪਾਸੇ ਝੋਕਿਆ ਗਿਆ ਹੈ ਕਿ ਅੱਗੋਂ ਇਹ ਤਾਕਤ, ਇਹ ਸ਼ਕਤੀ, ਇਹ ਸੱਤਾ ਸਾਡੇ ਕੋਲ ਕਿਵੇਂ ਰਹਿਣੀ ਚਾਹੀਦੀ ਹੈ। ਭੀਖਣ ਕਹਿਣ ਲੱਗਾ ਮੇਰੇ ਤੇ ਕੋਈ ਕਿਰਪਾ ਕੀਤੀ ਸ਼੍ਰੀ ਰਾਮਚੰਦਰ ਜੀ ਨੇ, ਰਾਜ ਤੇ ਦੇ ਦਿੱਤਾ ਪਰ ਇੱਛਾ ਸ਼ਕਤੀ ਖਤਮ ਕਰ ਦਿੱਤੀ। ਫਿਰ ਕੀ ਸੀ ਵੀ ਜਿੰਨਾ ਚਿਰ ਹੋਏਗਾ ਠੀਕ ਹੈ। ਜਦੋਂ ਤੁਸੀਂ ਇਹ ਸੋਚੋਗੇ ਨਾ ਵੀ ਜਿੰਨਾ ਚਿਰ ਹੋਏਗਾ ਸੋ ਠੀਕ ਹੈ, ਫਿਰ ਤੁਸੀਂ ਗਲਤ ਕਦੇ ਨਹੀਂ ਕਰੋਗੇ, ਮਾੜਾ ਕਦੇ ਨਹੀਂ ਕਰੋਗੇ, ਔਰ ਹਰ ਗੱਲ ਚੰਗੀ ਕਰਨ ਦੀ ਕੋਸ਼ਿਸ਼ ਕਰੋਗੇ ਵੀ ਕੀ ਪਤਾ ਕਦੋਂ ਤੱਕ ਹੈਗਾ। ਜਦੋਂ ਚਲੇ ਗਿਆ ਕਿਹੜਾ ਮੁੜ ਕੇ ਵਾਪਸ ਆਉਣਾ ਹੈ। ਇੱਥੋਂ ਧਰਮ ਸ਼ੁਰੂ ਹੁੰਦਾ ਹੈ। ਹਾਂਜੀ। ਰਾਜ ਵੱਡੋ ਦੁਖ ਸਾਗਰ ਹੇਰਾ, ਜਗਤ ਧੰਦ ਕੋ ਗਰਤ ਵਡੇਰਾ। ਇਹ ਜਿਹੜਾ ਰਾਜ ਹੈ ਇਹ ਤੇ ਇੱਕ ਬਹੁਤ ਵੱਡਾ ਦੁੱਖਾਂ ਦਾ ਸਾਗਰ ਹੈ। ਇਹ ਜਗਤ ਦੇ ਧੰਦੇ ਦੇ ਵਿੱਚ ਬੜੇ ਬੜੇ ਲੋਕ ਗਰਕ ਹੋ ਕੇ ਗਏ ਨੇ। ਹੁਣ ਜਦੋਂ ਤੁਸੀਂ ਇਹਨਾਂ ਰਾਜਿਆਂ ਦੀਆਂ ਕਥਾ ਸੁਣੋਗੇ ਕਿ ਰਾਜ ਸੱਤਾ ਵਾਸਤੇ ਕੀ ਨਹੀਂ ਕਰਦੇ ਔਰ ਕੀ ਕੀ ਕਰਦੇ ਨੇ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇਹਨਾਂ ਨੂੰ ਪ੍ਰਜਾ ਨਾਲ ਕੋਈ ਵਾਸਤਾ ਨਹੀਂ ਹੈ। ਹੁਣ ਸੁਣਿਆ ਹੀ ਆ ਆਪਾਂ ਨੇ, ਇੱਕ ਕਹਿੰਦਾ ਵੀ ਵੈਕਸੀਨ ਹੈ ਨਹੀਂ, ਦੂਜਾ ਕਹਿੰਦਾ ਵੀ ਹੈ ਇਸ ਕਰਕੇ ਨਹੀਂ ਕਿ ਇਹਨੇ ਛੇਤੀ ਛੇਤੀ ਲਾ ਕੇ ਮੁਕਾਤੀ ਹੈ, ਹੌਲੀ ਹੌਲੀ ਲਾਉਂਦਾ ਤੇ ਆਪੇ ਬਚ ਜਾਂਦੀ। ਲੈ ਕਰ ਲਓ ਗੱਲ ਤੁਸੀਂ, ਕੋਈ ਹੈ ਲੌਜਿਕ, ਹੈ ਕੋਈ ਜਵਾਬ ਹੈ ਇਹਦਾ? ਇਹਨਾਂ ਨੂੰ ਦੁਨੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਨੇ ਛੇਤੀ ਲਾ ਲਈ, ਉਹ ਕਹਿੰਦਾ ਜੀ ਮੁੱਕ ਗਈ ਹੈ, ਦੂਜਾ ਕਹਿੰਦਾ ਵੀ ਤੂੰ ਛੇਤੀ ਲਾਈ ਇਸ ਕਰਕੇ ਮੁੱਕੀ ਹੈ, ਤੂੰ ਲਾਉਂਦਾ ਹੀ ਹੌਲੀ ਹੌਲੀ, ਵੀ ਦਿਨ 'ਚ 10 ਕੁ ਬੰਦਿਆਂ ਨੂੰ ਲਾਉਂਦਾ ਆਪੇ ਬਚੀ ਰਹਿੰਦੀ। ਧਰਮ ਕਿੱਥੇ ਹੈ? ਇਨਸਾਨੀਅਤ ਕਿੱਥੇ ਹੈ? ਸ਼੍ਰੀ ਰਾਮਚੰਦਰ ਜੀ ਨੇ ਭੀਖਣ ਤੇ ਇੱਕੋ ਹੀ ਕਿਰਪਾ ਕੀਤੀ ਵੀ ਉਹਦੇ ਚੋਂ ਇੱਛਾ ਖਤਮ ਕਰ ਦਿੱਤੀ, ਕਿਉਂਕਿ ਇੱਛਾ ਜਿਹੜੀ ਹੈ ਉਹ ਸੰਸਾਰ ਸਮੁੰਦਰ ਵਿੱਚ ਬੰਦੇ ਨੂੰ ਲੈ ਕੇ ਡੁੱਬ ਜਾਂਦੀ ਹੈ। ਹਾਂਜੀ। ਅਬ ਲੋਕੇ ਹਵੈ ਕਾਰਨੇਹ ਕਾਮੂ, ਬੰਧਨ ਕੀਨ ਚਰਨ ਸ਼੍ਰੀ ਰਾਮੂ। ਕਹਿੰਦਾ ਮੈਂ ਨਿਹਕਾਮ ਹੋ ਕੇ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਹਾਂਜੀ। ਕਰੁਣਾ ਨਿਧ ਸ਼੍ਰੀ ਅੰਤਰ ਜਾਮੇ, ਪੂਰਬ ਫੁਰਨਾ ਲਖ ਕਰ ਸੁਆਮੀ। ਕਹਿੰਦੇ ਫਿਰ ਮੈਨੂੰ ਸ਼੍ਰੀ ਰਾਮਚੰਦਰ ਜੀ ਨੇ ਇੱਕ ਗੱਲ ਪੁੱਛੀ। ਯੁੱਗ ਦੇ ਅਵਤਾਰ ਨੇ ਪੁੱਛਿਆ ਵੀ ਭੀਖਣ, ਜਦੋਂ ਤੂੰ ਰਾਵਣ ਨੂੰ ਛੱਡ ਕੇ ਤੁਰਿਆ ਸੀ, ਉਹਨੇ ਲੱਤ ਮਾਰ ਦਿੱਤੀ, ਤੂੰ ਉਹਦਾ ਤਿਆਗ ਕਰ ਦਿੱਤਾ, ਕੀ ਉਦੋਂ ਤੇਰੇ ਮਨ ਵਿੱਚ ਕੋਈ ਫੁਰਨਾ ਆਇਆ ਸੀ, ਕੋਈ ਇੱਛਾ ਪ੍ਰਗਟ ਹੋਈ ਸੀ, ਕੋਈ ਮਨ ਵਿੱਚ ਕੋਈ ਸੰਕਲਪ ਬਣਿਆ ਸੀ ਕਿ ਹੁਣ ਤੈਨੂੰ ਕੀ ਕਰਨਾ ਚਾਹੀਦਾ ਹੈ? ਹਾਂਜੀ। ਬੋਲੇ ਸ਼੍ਰੀ ਮੁਖ ਤੇ ਬਚਨ, ਆਓ ਬੈਠ ਲੰਕੇਸ਼। ਆਖਿਆ ਹੇ ਲੰਕੇਸ਼ ਬੈਠ, ਤੂੰ ਕੀ ਫੁਰਨਾ ਲੈ ਕੇ ਆਇਆ ਸੀ? ਹਾਂਜੀ। ਬਿਨੈ ਕਰੀ ਕਰ ਬੰਦ ਮੈਂ, ਚਾਹੇ ਨਾ ਰਾਜ ਸੁਦੇਸ਼। ਕਹਿੰਦਾ ਜੀ ਮੈਂ ਅੱਗੋਂ ਹੱਥ ਜੋੜੇ ਵੀ ਮੈਨੂੰ ਹੁਣ ਇੱਛਾ ਨਹੀਂ ਹੈ, ਨਾ ਰਾਜ ਦੀ ਇੱਛਾ ਹੈ ਨਾ ਦੇਸ਼ ਦੀ ਇੱਛਾ ਹੈ। ਹਾਂਜੀ। ਸੁਨ ਸ਼੍ਰੀ ਰਘੁਪਤ ਬਹੁਰ ਉਚਾਰਾ, ਨਿਜ ਘਰ ਤੇ ਤੂੰ ਜਬੈ ਪਧਾਰਾ। ਤੇ ਅੱਗੋਂ ਸ਼੍ਰੀ ਰਾਮਚੰਦਰ ਕਹਿਣ ਲੱਗੇ ਨਹੀਂ, ਜਦੋਂ ਤੂੰ ਘਰੋਂ ਤੁਰਿਆ ਸੀ ਨਾ, ਹਾਂਜੀ,
तबै कामना हृदय उठाई, लंका देह राम मुझ ताई। ਨਹੀਂ, ਉਦੋਂ ਤੇਰੇ ਮਨ ਵਿੱਚ ਇਹ ਸੀ ਵੀ ਜੇ ਸ਼੍ਰੀ ਰਾਮ ਚੰਦਰ ਰਾਵਣ ਨੂੰ ਮਾਰ ਦੇਣ ਤੇ ਬਜਾਏ ਕਿ ਕਿਸੇ ਹੋਰ ਨੂੰ ਰਾਜ ਤਿਲਕ ਦੇਣ, ਮੈਨੂੰ ਹੀ ਦੇ ਦੇਣ। ਮੈਂ ਤਾਂ ਉਹਨਾਂ ਦੇ ਹੱਕ ਵਿੱਚ ਬੋਲਿਆ ਨਾ, ਇਸੇ ਕਰਕੇ ਮੈਂ ਲੱਤ ਖਾਧੀ ਹੈ ਵੀ ਅਗਲਾ ਰਾਜਾ ਸ਼੍ਰੀ ਲੰਕਾ ਦਾ ਮੈਂ ਹੋਣਾ ਚਾਹੀਦਾ। ਹਾਂਜੀ। बिरद हमारा जानो ऐसा, तैसो कहो बपीखन तैसा। ਸ਼੍ਰੀ ਰਾਮ ਚੰਦਰ ਕਹਿਣ ਲੱਗੇ ਬਪੀਖਣ ਇਹ ਸਾਡਾ ਬਿਰਦ ਹੈ, ਤੂੰ ਜੋ ਇੱਛਾ ਕੀਤੀ ਅਸੀਂ ਤੈਨੂੰ ਦੇ ਦਿੱਤੀ। ਹਾਂਜੀ। ਧਾਰ ਕਾਮਨਾ ਜੋ ਜਗ ਆਸੀ, ਘਰ ਤਜ ਆਵਤ ਹੈ ਮੁਝ ਪਾਸੀ। ਜਿਹੜਾ ਵਿਅਕਤੀ ਕੋਈ ਜਗਿਆਸਾ ਲੈ ਕੇ ਆਉਂਦਾ ਹੈ, ਜਿਹੜਾ ਆਪਣਾ ਘਰ ਬਾਹਰ ਛੱਡ ਕੇ ਸਾਡੀ ਸ਼ਰਨ ਵਿੱਚ ਪਹੁੰਚਦਾ ਹੈ, ਹਾਂਜੀ, ਘਰੋਂ ਕਾਮਨਾ ਪੂਰਬ ਪੂਰੀ, ਪੁੰਨ ਦਿਓ ਪਦਵੀ ਕੈਵਲ ਰੂਰੀ। ਪਹਿਲਾਂ ਉਹਦੀ ਕਾਮਨਾ ਪੂਰੀ ਕਰੀਦੀ ਹੈ, ਫਿਰ ਉਹਨੂੰ ਮੁਕਤੀ ਪਦ ਵੀ ਬਖਸ਼ੀਦਾ ਹੈ। ਹਾਂਜੀ। ਹੈ ਐਸੇ ਸ਼੍ਰੀ ਰਾਮ ਉਦਾਰਾ, ਅਸ਼ਟ ਪਹਿਰ ਜਿਨ ਨਾਮ ਅਧਾਰਾ। ਬਪੀਖਣ ਕਹਿਣ ਲੱਗਾ ਜੀ ਬਸ ਐਸੇ ਸੀ ਸ਼੍ਰੀ ਰਾਮ ਚੰਦਰ, ਤੇ ਉਹਨਾਂ ਦਾ ਦਿਨ ਰਾਤ ਮੈਂ ਰਾਮ ਰਾਮ ਕਰਕੇ ਨਾਮ ਜਪਦਾ। ਹਾਂਜੀ। ਸੁਨ ਸ਼੍ਰੀ ਨਾਨਕ ਕਹਿ ਮ੍ਰਿਦ ਬਾਨੀ, ਧਨ ਬਪੀਖਨ ਸ਼ੁਭ ਗੁਣ ਖਾਨੀ। ਸਤਿਗੁਰੂ ਕਹਿਣ ਲੱਗੇ ਬਪੀਖਣ ਤੂੰ ਧਨ ਹੈ, ਤੇਰੇ ਕੋਲ ਸ਼ੁਭ ਗੁਣ ਨੇ। ਇਹ ਜ਼ਰੂਰ ਚੇਤਾ ਰੱਖਣਾ, ਸਵਾਲ ਇਹ ਨਹੀਂ ਕਿ ਕਿਸੇ ਕੋਲ ਜਾਇਦਾਦ ਕਿੰਨੀ ਹੈ, ਕਿਸੇ ਕੋਲ ਧਨ ਦੌਲਤ ਕਿੰਨੀ ਹੈ, ਕਿਸੇ ਕੋਲੇ ਪੜ੍ਹਾਈ ਲਿਖਾਈ ਕਿੰਨੀ ਹੈ। ਅੱਜ ਤੁਸੀਂ ਵੇਖਿਆ ਹੀ ਹੈ, ਵੱਡੇ ਵੱਡੇ ਆਫੀਸਰ, ਵੱਡੇ ਵੱਡੇ ਅਮੀਰ ਆਦਮੀ ਗਰਕ ਹੁੰਦੇ ਤੁਸੀਂ ਵੇਖੇ ਹੋਣਗੇ। ਆ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਿਹੜੇ ਸਾਰੇ ਸ਼੍ਰੀ ਰਾਮ ਚੰਦਰ ਜੀ ਦੀ ਨਕਲ ਕਰਦੇ ਸੀ, ਕੋਈ ਰਾਮ ਰਹੀਮ ਸੀ, ਕੋਈ ਆਸਾ ਰਾਮ ਸੀ, ਕੋਈ ਰਾਮਪਾਲ ਸੀ, ਉਹਨਾਂ ਸੋਚਿਆ ਵੀ ਅਸੀਂ ਵੀ ਸ਼੍ਰੀ ਰਾਮ ਚੰਦਰ ਵਰਗੇ ਰਾਮ ਕਹਿਣ ਨਾਲ ਰਾਮ ਤੇ ਨਹੀਂ ਨਾ ਬਣ ਜਾਈਦਾ। ਉਹਨਾਂ ਕੋਲ ਕਿਸ ਗੱਲ ਦੀ ਕਮੀ ਸੀ? ਗੁਣ ਨਹੀਂ ਸੀ। ਡੇਰੇ ਬੜੇ ਵੱਡੇ ਸੀ, ਬਜਟ ਬੜਾ ਸੀ, ਆਡੀਅנס ਬੜੀ ਸੀ, ਇਹਨਾਂ ਲੋਕਾਂ ਨੂੰ ਲੱਖਾਂ ਲੋਕ ਬਹਿ ਕੇ ਸੁਣਦੇ ਹੁੰਦੇ ਸੀ, ਪਰ ਗੁਣ ਨਾ ਹੋਣ ਕਰਕੇ ਅੱਜ ਜੇਲ੍ਹਾਂ 'ਚ ਬੈਠੇ ਨੇ। ਇਹ ਜ਼ਰੂਰ ਚੇਤਾ ਰੱਖਣਾ, ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਫੈਸਲੇ ਕਰਦੇ ਹੋ ਨਾ, ਇਹ ਜ਼ਰੂਰ ਧਿਆਨ ਰੱਖੋ, ਖਾਸ ਕਰਕੇ ਜਦੋਂ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਰਿਸ਼ਤੇ ਕਰਦੇ ਹਾਂ, ਉਦੋਂ ਕੱਲਾ ਚਮੜੀ ਨਾ ਵੇਖਿਆ ਕਰੋ ਵੀ ਰੰਗ ਚਿੱਟਾ ਹੈ ਕਿ ਕਾਲਾ ਹੈ, ਤੇ ਨਾ ਹੀ ਪੈਸੇ ਵੇਖੋ ਵੀ ਧਨ ਕਿੰਨਾ ਕੁ ਹੈ। ਗੁਣ ਵੇਖੋ ਕਿ ਬੱਚੀ ਵਿੱਚ ਗੁਣ ਕੀ ਹੈ। ਇੱਥੇ ਉਹ ਪਰਿਵਾਰ ਆਉਂਦਾ ਹੈ, ਬੜਾ ਹੀ ਮੰਨਦਾ ਹੈ ਗੁਰੂ ਘਰ ਨੂੰ। ਕਿਸੇ ਵੇਲੇ ਵੱਡੀਆਂ ਵੱਡੀਆਂ ਸੇਵਾਵਾਂ ਉਹਨਾਂ ਨੇ ਇਸ ਗੁਰੂ ਘਰ ਵਿੱਚ ਕੀਤੀਆਂ ਨੇ। ਜਦੋਂ ਉਹਨਾਂ ਦੀ ਬੇਟੀ ਦਾ ਵਿਆਹ ਸੀ, ਉਦੋਂ ਨੋਟਬੰਦੀ ਵੀ ਹੋ ਗਈ। ਉਸ ਤੋਂ ਪਹਿਲਾਂ ਜਦੋਂ ਅੰਗੇਜਮੈਂਟ ਹੋਈ ਤੇ ਮੈਂ ਉਸ ਫੰਕਸ਼ਨ ਵਿੱਚ ਸੀ, ਤੇ ਮੈਨੂੰ ਉਹਨਾਂ ਨੇ ਦੱਸਿਆ, ਕਹਿਣ ਲੱਗੇ ਬੱਚੀ ਦਾ ਭਾਈ ਸਾਹਿਬ ਕਈ ਜਗ੍ਹਾ ਰਿਸ਼ਤਾ ਆਇਆ, ਕਹਿੰਦੇ ਮੈਂ ਜਦੋਂ ਕਹਿਣਾ ਬੇਟੀ ਤੂੰ ਲੜਕੇ ਨਾਲ ਗੱਲ ਕਰ ਲੈ, ਤੇ ਕਹਿੰਦੇ ਮੈਨੂੰ ਇੱਕੋ ਹੀ ਗੱਲ ਪੁੱਛਦੀ ਸੀ, ਪਾਪਾ ਇਹ ਕੰਮ ਕੀ ਕਰਦਾ ਹੈ? ਕਹਿੰਦੇ ਮੈਂ ਦੱਸਣਾ ਵੀ ਇਹਨਾਂ ਦੀ ਪ੍ਰੋਪਰਟੀ ਬਹੁਤ ਹੈ, ਫੈਕਟਰੀਆਂ ਇੰਡਸਟਰੀਆਂ ਬੜੀਆਂ ਨੇ, ਉਹ ਵੀ ਅਰਬਪਤੀ ਨੇ, ਅੱਗੋਂ ਵੀ ਅਰਬਪਤੀ ਆਉਣੇ। ਤੇ ਕਹਿੰਦੇ ਮੇਰੀ ਬੇਟੀ ਇੱਕੋ ਹੀ ਕਹਿੰਦੀ ਸੀ, ਪਾਪਾ ਮੈਂ ਵਿਹਲੜ ਨਾਲ ਵਿਆਹ ਨਹੀਂ ਕਰਨਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਮੁੰਡਾ ਕੰਮ ਕਰਨ ਵਾਲਾ ਚਾਹੀਦਾ। ਤੇ ਜਿਸ ਪਰਿਵਾਰ ਨਾਲ ਰਿਸ਼ਤਾ ਹੋਇਆ, ਅਰਦਾਸ ਮੈਂ ਖੁਦ ਕੀਤੀ, ਤੇ ਉਹਨਾਂ ਮੈਨੂੰ ਦੱਸਿਆ ਵੀ ਕਿੱਡਾ ਵੱਡਾ ਪਰਿਵਾਰ ਹੈ, ਪਰ ਇਹ ਬੱਚਾ ਕਹਿੰਦੇ ਇਹਦਾ ਆਪਣਾ ਆਫਿਸ ਹੈ, ਆਪ ਕੰਮ ਕਰਦਾ ਹੈ। ਕਹਿੰਦੇ ਮੇਰੀ ਬੇਟੀ ਕਹਿਣ ਲੱਗੀ, ਹਾਲਾਂਕਿ ਮੁੰਡਾ ਸੋਹਣਾ ਨਹੀਂ ਸੀ, ਜਿੱਥੋਂ ਮੈਂ ਮਤਲਬ ਪੁੱਛਿਆ, ਮੈਂ ਕਿਹਾ ਜੀ ਵੀ ਲੜਕਾ ਤੁਸੀਂ ਪਸੰਦ ਕੀਤਾ ਹੈ ਕਿ ਲੜਕੀ ਨੇ? ਕਹਿੰਦੇ ਨਹੀਂ, ਲੜਕੀ ਨੇ ਪਸੰਦ ਕੀਤਾ ਹੈ। ਸਮਝ ਉਹ ਵੀ ਗਿਆ ਮੈਂ ਕਹਿਣਾ ਕੀ ਚਾਹੁੰਦਾ। ਬੱਚੀ ਬਹੁਤ ਸੁੰਦਰ ਸੀ, ਬੱਚਾ ਉਹਨਾਂ ਬੱਚੀ ਦੇ ਬਰਾਬਰ ਸੁੰਦਰ ਨਹੀਂ ਸੀ, ਭਰਿਆ ਘਰ ਸੀ ਬੱਚੀ ਵਾਲਾ। ਤਾਂ ਉਹਨੇ ਮੈਨੂੰ ਉਹਦੀ ਫਿਰ ਜਦੋਂ
पूरी व्याख्या सुनाई। वो कहते बेटी कहती सी नहीं मैनू पापा काम करने वाला चाहिए, जिहड़ा वेलड़ होएगा उहदे च ऐब बड़े होणगे, ये जरूर चेता रखना। सवाल ये नहीं हुंदा कि बंदा वेला है तो तां की होया, वेला होएगा ना तो शैतान दा घर होएगा। पता नहीं उस किन्ने क दोष होणगे। काम धंधे वाले बंदे को तो वक्त ही नहीं हैगा। कदे तुहानूं काम धंधे वाला बंदा रात नूं बाजार विच तुरिया फिरदा नहीं मिलेगा। काम धंधे लई ते फिरदा भावें मिल जाए, नहीं तो तुहानूं 10 वजे सुता मिलेगा, क्योंकि उन्हें सवेरे उठ के फिर सारा दिन काम करना है। तो जिहड़े रात नूं तुरे फिरदे ते वेली फौज है, यही स्टंट करते हैं सारे। भपीखण कहंदा है, कहंदा महाराज मेरे ते कृपा कर दी श्री रामचंद्र जी ने, इच्छा शक्ति जिहड़ी सी खत्म कर दी। गुरु नानक साहब की कहंदे ने, कहंदे भपीखण तू धन है। किस करके धन है? कहंदे तेरे च गुण ने। बंदे विच गुण होने जरूरी ने। सवाल ये नहीं कि बंदे च एजुकेशन कितनी है। बड़े बड़े पढ़े लिखे तुहानूं शराबी कबाबी नशैड़ी मिलणगे। अजकल जिहड़ी आ बहुती समगलिंग है, होर तो कम धंधे ने, ये सारे अजकल पढ़े लिखे करते हैं। अनपढ़ तो उत्थे ही ने, उही छोटी मोटी चोरी चकारी कर ली उन्होंने। जिहड़ा अरबां खरबां दा हत्थ फेरदे ने सारे पढ़े लिखे ही ने। पर वो कौन है जिहदे कोले गुण ने? गुण तो भाव की है? जिहदे कोले धर्म है, जिहदे कोले सत है, जिहदे कोले संतोख है, जिहदे कोले धीरज है, जिहदे कोले सच है। गुण इन्हां नूं कहंदे ने। गुण ये नहीं भी एक मिनट च बंदा बोल किन्ना लैंदा है, तो एक मिनट च बंदा लिख किन्ना लैंदा है, एक मिनट च बंदा भज किन्ना लैंदा है। ये गुण नहीं है। मैं तो बहुत बारी बेनती करदा कि शराफत और एजुकेशन ये दो चीज़ां कट्ठियां नहीं है, दोनों वक्रियां वक्रियां ने। शराफत गुण है, पढ़ाई लिखाई तुहाडी एजुकेशन है। गुण जिहड़ा है ना, उन्हें पूजा तुहाडी उन्हें कराउणी है। जिहड़ी मानता दुनिया विच होनी तुहाडे गुणां नाल होनी है, पैसे नाल नहीं हुंदी। नहीं तो हर अमीर आदमी दी मूर्तियां लग जाणियां सी मंदिरां 'च, पर तो इत्थे अमीर आदमी नूं नक रगड़दा ही वेखोगे, पूजा कराउंदा नहीं है, करदा ही बेचारा टलियां ही खड़काई जांदा है। क्योंकि पूजा तो गुणां दी हुंदी है, अवगुणां दी नहीं हुंदी। और गुणां वाला मनुख सारे संसार विच पूजिया जाता है, मन्निया जाता है। इस दे नाल ही अज समा समाप्त है। सतगुरु किरपा करन। अगली कथा आपां कल गुरु की गोद विच बैठ के सुनीए। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।